ਦੁਨੀਆ ਦੇ ਵੱਖ-ਵੱਖ ਕੋਨੇ 'ਚ ਬੈਠੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੁਰਬਾਣੀ ਦਾ ਇੱਕ ਬੜਾ ਸੋਹਣਾ ਫਰਮਾਨ ਅਸੀਂ ਅਕਸਰ ਅਰਦਾਸ ਦੇ ਵਿੱਚ ਪੜ੍ਹਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਅਕਸਰ ਇਹ ਫਰਮਾਨ ਗੁਰਬਾਣੀ ਦੇ ਲਈ ਲਾਇਆ ਜਾਂਦਾ ਹੈ ਕਿਉਂਕਿ ਅਸੀਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਨੂੰ ਮਿਲ ਕੇ ਸਾਨੂੰ ਗੁਰੂ ਚੇਤੇ ਆਉਂਦਾ ਹੈ, ਜਿਨ੍ਹਾਂ ਨੂੰ ਮਿਲ ਕੇ ਸਾਨੂੰ ਇਤਿਹਾਸ, ਜਿਨ੍ਹਾਂ ਨੂੰ ਮਿਲ ਕੇ ਸਾਨੂੰ ਗੁਰੂ ਸਿਧਾਂਤ ਚੇਤੇ ਆਉਂਦਾ ਹੈ। ਜੀ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਅੱਜ ਤੁਹਾਡੀ ਮੁਲਾਕਾਤ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਕਰਾ ਰਹੇ ਹਾਂ, ਪਰ ਉਹ ਸ਼ਖਸੀਅਤ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ। ਤੁਸੀਂ ਲੰਬੇ ਸਮੇਂ ਤੋਂ ਉਹਨਾਂ ਨੂੰ ਗੁਰੂ ਘਰ ਦਾ ਇਤਿਹਾਸ ਦਰਸਾਉਂਦਾ ਵੇਖਦੇ ਹੋ। ਸਾਡੇ ਅਤੀ ਸਤਿਕਾਰਯੋਗ ਪੰਥ ਦੇ ਬੜੇ ਪਿਆਰੀ ਸ਼ਖਸੀਅਤ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਚਾਵਲਾ ਜੀ। ਭਾਈ ਸਾਹਿਬ ਤੁਹਾਡਾ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲੇ ਆਪ ਜੀ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ। ਲੰਬੇ ਸਮੇਂ ਤੋਂ ਤੁਹਾਨੂੰ ਅਸੀਂ ਵੇਖ ਰਹੇ ਹਾਂ, ਤੁਸੀਂ ਗੁਰੂ ਘਰ ਦਾ ਇਤਿਹਾਸ ਬੜੇ ਸੋਹਣੇ ਢੰਗ ਦੇ ਨਾਲ ਸੰਗਤਾਂ ਦੇ ਰੂਬਰੂ ਕਰਦੇ ਹੋ। ਸਭ ਤੋਂ ਪਹਿਲੇ ਪੁੱਛਣਾ ਚਾਹਾਂਗਾ, ਦਾ ਟਰਬਨ ਟਰੈਵਲਰ, ਇਹ ਖਿਆਲ ਜ਼ਿਹਨ 'ਚ ਕਿਵੇਂ ਆਇਆ? ਦਾ ਟਰਬਨ ਟਰੈਵਲਰ ਨਾਂ ਗੁਰੂ ਦਾ ਦਿੱਤਾ ਹੋਇਆ ਹੈਗਾ, ਗੁਰੂ ਦੀ ਸੰਗਤ ਦਾ ਦਿੱਤਾ ਹੋਇਆ, ਮੈਂ ਐਸਾ ਕਹਿ ਸਕਦਾ ਹੈਗਾ। ਅਤੇ ਇਹ ਖਿਆਲ ਜਿਹੜਾ ਹੈਗਾ ਯਾਤਰਾ ਕਰਨ ਦਾ, ਇਹਦੇ ਬਾਰੇ 'ਚ ਮੇਰਾ ਮੰਨਣਾ ਹੈ ਕੁਝ ਇਸ ਕਿਸਮ ਦਾ ਹੈਗਾ ਕਿ ਜ਼ਿੰਦਗੀ ਦੇ ਅੰਦਰ ਜੋ ਵੀ ਤੁਸੀਂ ਕਰਦੇ ਹੈਗੇ ਹੋ ਉਹ ਤੁਹਾਡੇ ਵਾਸਤੇ ਗੁਰੂ ਸਾਹਿਬ ਨੇ ਨਿਸ਼ਚਿਤ ਕੀਤਾ ਹੁੰਦਾ ਹੈ ਪਹਿਲੇ ਤੋਂ ਹੀ। ਬਿਲਕੁਲ। ਸੋ ਮੈਨੂੰ ਲੱਗਦਾ ਹੈ ਕਿ ਮੈਂ ਜੇ ਪੜ੍ਹ ਕੇ ਵੇਖਣਾ, ਹੁਣ ਇੰਨੇ ਟਾਈਮ ਹੋ ਗਏ ਮੈਨੂੰ ਗੁਰੂ ਸਾਹਿਬ ਦੇ ਗੁਰੂ ਧਾਮਾਂ ਦੀ ਯਾਤਰਾ ਕਰਦੇ ਹੋਏ, ਅਤੇ ਇਹ ਸਿਲਸਿਲਾ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ ਸੀ। ਮੈਂ ਕਦੀ ਸੋਚਿਆ ਨਹੀਂ ਸੀ ਕਿ ਵੀ ਉਸ ਤੋਂ ਅੱਗੇ ਵੀ ਕਰਾਂਗੇ। ਬਿਲਕੁਲ। ਸੋ ਉਹ ਤੁਰ ਤੋਂ ਕੁਛ ਲਿਖਿਆ ਹੋਇਆ ਸੀਗਾ ਮੇਰੇ ਭਾਗ ਵਿੱਚ, ਸ਼ਾਇਦ ਗੁਰੂ ਸਾਹਿਬ ਨੇ। ਅਕਸਰ ਕਿਹਾ ਜਾਂਦਾ ਹੈ ਕੋਈ ਨਾ ਕੋਈ ਕੰਮ ਰੱਬ ਕਰਨਾ ਹੋਵੇ, ਭਾਵੇਂ ਧਰਮ ਦਾ ਹੀ ਕਾਰਜ ਕਿਉਂ ਨਾ ਹੋਵੇ, ਪਿੱਛੇ ਕੋਈ ਨਾ ਕੋਈ ਕਾਰਨ ਬਣ ਜਾਂਦਾ ਹੈ। ਸਫ਼ਰ ਦੀ ਸ਼ੁਰੂਆਤ ਜੇਕਰ ਗੱਲ ਕੀਤੀ ਜਾਵੇ, ਕਦੀ ਪਹਿਲੇ ਜ਼ਿਹਨ 'ਚ ਆਇਆ ਸੀਗਾ ਵੀ ਇੰਨਾ ਲੰਬਾ ਸਫ਼ਰ ਕਰਾਂਗੇ ਤੇ ਇਹ ਸਫ਼ਰ ਸ਼ੁਰੂਆਤ ਕਿਵੇਂ ਕਰੀਏ? ਮੈਂ ਜਿਸ ਵਕਤ ਦਿੱਲੀ ਤੋਂ ਲੰਡਨ ਦੀ ਯਾਤਰਾ ਕਰਕੇ ਆਇਆ ਸੀਗਾ, ਉਹ ਸ਼ਾਇਦ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਰੋਡ ਦੀ ਜਰਨੀ ਸੀਗੀ। ਉਹ ਕਰਨ ਤੋਂ ਬਾਅਦ ਜੇ ਹੁਣ ਮੈਂ ਪਿੱਛੇ ਮੁੜ ਕੇ ਦੇਖਣਾ ਤਾਂ ਸ਼ਾਇਦ ਉਹ ਮੇਰਾ ਟੈਸਟ ਗੁਰੂ ਸਾਹਿਬ ਲੈ ਰਹੇ ਸੀਗੇ ਕਿ ਇਹ ਬੱਚਾ ਮੇਰਾ ਇੰਨੀ ਲੰਬੀ ਯਾਤਰਾਵਾਂ ਕਰ ਸਕਦਾ ਕਿ ਨਹੀਂ ਕਰ ਸਕਦਾ। ਸੋ ਦਿੱਲੀ ਤੋਂ ਲੰਡਨ ਦੀ ਯਾਤਰਾ ਜਿਹੜੀ ਮੈਂ ਆਪਣੇ ਚਾਅ ਲਈ ਸ਼ੁਰੂ ਕੀਤੀ ਸੀਗੀ, ਉਹ ਮੇਰਾ ਸ਼ਾਇਦ ਟੈਸਟ ਸੀਗਾ। ਅਸਲ ਜਰਨੀ ਮੇਰੀ ਸ਼ੁਰੂ ਹੋਈ ਜਿਸ ਵਕਤ ਮੈਂ ਗੁਰੂ ਨਾਨਕ ਦੇਵ ਜੀ ਦੀ ਉਦਾਸੀਆਂ ਸ਼ੁਰੂ ਕੀਤੀਆਂ 550 ਸਾਲਾਂ 550 ਪ੍ਰਕਾਸ਼ ਪੁਰਬ ਤੇ ਮਹਾਰਾਜ ਦੇ, ਤੇ ਉਹ ਸੀਗੀ 44,000 ਕਿਲੋਮੀਟਰ ਦੀ। ਦਿੱਲੀ ਤੋਂ ਲੰਡਨ ਜਿਹੜਾ ਸੀਗਾ ਅਸੀਂ ਕੀਤਾ ਸੀਗਾ 33,000 ਕਿਲੋਮੀਟਰ, 30,000 ਕਿਲੋਮੀਟਰ, 33 ਕੰਟਰੀਜ਼। ਅਤੇ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਜਿਹੜੀ ਸੀਗੀ ਉਹ ਸੀਗੀ ਤਕਰੀਬਨ 44,000 ਕਿਲੋਮੀਟਰ, ਜਿਹਦੇ 'ਚ ਸਾਨੂੰ 8 ਮਹੀਨੇ ਲੱਗੇ ਕਰਨ 'ਚ। ਮੈਂ ਅਤੇ ਮੇਰੇ ਮਿਸਿਸ ਅਸੀਂ ਦੋਨੋਂ ਇਕੱਠੇ ਸੀਗੇ। ਸੋ ਅਸਲ ਸ਼ੁਰੂਆਤ ਤੇ ਗੁਰੂ ਸਾਹਿਬ ਜੀ ਦੀ ਯਾਤਰਾਵਾਂ ਤੋਂ ਹੋਈ, ਅਤੇ ਉਹ ਕਦੀ ਸੋਚਿਆ ਨਹੀਂ ਸੀ ਜ਼ਿੰਦਗੀ 'ਚ ਕਿ ਇਸ ਤਰੀਕੇ ਦਾ ਅਸੀਂ ਕਰਾਂਗੇ। ਚਲੋ ਪਹਿਲੀ ਯਾਤਰਾ ਹੋ ਗਈ, ਫਿਰ ਦੂਸਰੀ ਮੇਰਾ ਭਾਗਸ਼ਾਲੀ ਸੀਗਾ ਕਿ 400 ਸਾਲਾ ਪ੍ਰਕਾਸ਼ ਪੁਰਬ ਮੇਰੇ ਹੁੰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆ ਰਿਹਾ ਸੀਗਾ, ਅਤੇ ਇੱਕ ਅੱਛਾ ਮੌਕਾ ਸੀਗਾ ਉਹਨਾਂ ਨੂੰ ਟ੍ਰਿਬਿਊਟ ਦੇਣ ਵਾਸਤੇ, ਅਤੇ ਅਸੀਂ ਉਹ ਕੀਤਾ। ਅਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਮੇਰੇ ਦਿਲ ਦੇ ਬੜੇ ਨੇੜੇ ਸੀਗਾ। ਤਾਂ ਮੈਂ ਸ਼ੁਰੂ ਤੋਂ ਚਾਹੁੰਦਾ ਸੀਗਾ ਕਿ ਮੈਂ ਉਹਨਾਂ ਦੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾ ਸਕਾਂ, ਉਹਨਾਂ ਗੁਰਧਾਮਾਂ ਦੇ ਦਰਸ਼ਨ ਕਰ ਸਕਾਂ। ਖਾਸ ਤੌਰ 'ਤੇ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਪੂਰਾ ਜੀਵਨ, ਆਪਣਾ ਪੂਰਾ ਪਰਿਵਾਰ ਸਿੱਖੀ ਲਈ ਨਿਛਾਵਰ ਕੀਤਾ, ਅਤੇ ਉਹ ਇਤਿਹਾਸ ਖਾਸ ਤੌਰ 'ਤੇ ਜਿਹੜੀ ਸਾਡੀ ਅੱਜ ਦੀ ਪਨੀਰੀ ਨੂੰ ਦੱਸਣਾ ਬਹੁਤ ਜ਼ਰੂਰੀ ਸੀਗਾ। ਸੋ ਅਸੀਂ ਹੁਣ ਉਹ ਕਰ ਰਹੇ ਹੈਗੇ ਹਾਂ, ਅਤੇ ਮੇਰੀ ਇੱਛਾ ਹੈਗੀ ਕਿ 10ਵਾਂ ਗੁਰੂਆਂ ਦਾ ਇਤਿਹਾਸ ਜਿਹੜਾ ਹੈਗਾ ਉਹ ਇੱਕ ਪਲੇਟਫਾਰਮ 'ਤੇ ਲੈ ਕੇ ਆਇਆ ਜਾਏ ਅਤੇ ਸਾਰੀ ਸੰਗਤਾਂ ਨੂੰ ਦੱਸਿਆ ਜਾਏ। ਅਕਸਰ ਭਾਈ ਸਾਹਿਬ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਯਾਤਰਾ ਆਰੰਭ ਹੁੰਦੀ ਹੈ, ਇੱਕ ਆਰੰਭਤਾ ਕਰਨੀ ਔਖੀ ਹੁੰਦੀ ਹੈ, ਸਫ਼ਰ 'ਚ ਗੁਰੂ ਪਾਤਸ਼ਾਹ ਆਪ ਸਹਾਈ ਹੁੰਦੇ ਨੇ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਮੈਂ ਸਭ ਤੋਂ ਪਹਿਲੇ ਜਾਣਨਾ ਚਾਹਾਂਗਾ ਕਿਉਂਕਿ ਜਦੋਂ ਜਿਸ ਦਿਨ ਯਾਤਰਾ ਆਰੰਭ ਕਰਨੀ ਸੀਗੀ, ਕੋਈ ਟੀਚਾ ਮਿੱਥਿਆ ਸੀ ਵੀ ਇੰਨੇ ਗੁਰੂ ਘਰ ਕਰਨੇ ਨੇ ਜਾਂ ਇੰਨਾ ਕਿਲੋਮੀਟਰ ਚੱਲਣਾ ਤੇ ਸੰਗਤਾਂ ਦੇ ਰੂਬਰੂ ਕਰਨਾ? ਨਹੀਂ, ਮੈਂ ਬੜੀ ਹੈਰਾਨਗੀ ਦੀ ਗੱਲ ਹੈ ਕਿ ਮੈਂ ਕਦੇ ਵੀ, ਈਵਨ ਜਿਸ ਵਕਤ ਮੈਂ ਦਿੱਲੀ ਤੋਂ ਲੰਡਨ ਵੀ ਜਾ ਰਿਹਾ ਸੀਗਾ, ਮੈਂ ਕਦੀ ਇਹ ਨਹੀਂ ਸੋਚਿਆ ਕਿ ਮੈਂ ਇੰਨੇ 1000 ਕਿਲੋਮੀਟਰ ਕਰਨੇ ਨੇ। ਮੈਂ ਸੋਚਦਾ ਸੀਗਾ ਕਿ ਵੀ ਅੱਜ ਸਵੇਰੇ ਅਸੀਂ ਸ਼ੁਰੂ ਕਰਾਂਗੇ ਆਪਣੀ ਯਾਤਰਾ ਅਤੇ ਸ਼ਾਮ ਅਸੀਂ ਇੱਥੇ ਪਹੁੰਚਾਂਗੇ। ਅਤੇ ਮੇਰੇ ਮਿਸਿਸ ਹਮੇਸ਼ਾ ਮੈਨੂੰ ਕਹਿੰਦੇ ਸੀਗੇ ਕਿ ਤੁਸੀਂ ਇਹ ਨਾ ਆਖਿਆ ਕਰੋ ਕਿ ਅਸੀਂ ਇੱਥੇ ਇੰਨੇ ਘੰਟੇ 'ਚ ਪਹੁੰਚ ਜਾਵਾਂਗੇ। ਗੁਰੂ ਸਾਹਿਬ ਦੀ ਜਦ ਮਰਜ਼ੀ ਹੋਏਗੀ, ਜਿੱਥੇ ਪਹੁੰਚਾਉਣਾ ਹੋਏਗਾ ਉਸੇ ਸਮੇਂ 'ਤੇ ਆਪਣੇ ਆਪ ਪਹੁੰਚਾਵਾਂਗੇ। ਅਤੇ ਮੈਨੂੰ ਉਹਨਾਂ ਦੀ ਗੱਲ ਹਮੇਸ਼ਾ ਚੇਤੇ ਰਹਿੰਦੀ ਹੈਗੀ। ਸੋ ਅਸੀਂ ਜਿਸ ਵਕਤ ਸ਼ੁਰੂ ਕਰਨੇ, ਅਸੀਂ ਅਰਦਾਸ ਕਰਕੇ ਸ਼ੁਰੂ ਕਰਨੇ ਕਿ ਵਾਹਿਗੁਰੂ ਜਿੱਥੇ ਤੂੰ ਸ਼ਾਮ ਤੱਕ ਪਹੁੰਚਾਉਣਾ ਹੈ। ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਅਮਰਜੀਤ ਸਿੰਘ ਚਾਵਲਾ ਜੀ ਦਾ ਜੀਵਨ ਕਿਹੋ ਜਿਹਾ ਸੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਕਿਰਿਆ? ਮੈਂ ਇੱਕ ਆਮ ਬੰਦਾ ਸੀ, ਆਪ ਸਭ ਵਰਗਾ, ਇੱਕ ਵਪਾਰੀ ਆਦਮੀ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਮਾਇਆ ਦੇ ਚੱਕਰਾਂ 'ਚ ਹੀ ਫਸਿਆ ਸੀਗਾ। ਪੈਸਾ ਕਮਾਉਣਾ, ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਚੇਤੇ ਹੀ ਨਹੀਂ ਆਉਂਦੀ ਸੀਗੀ। ਚੇਤੇ ਇਨ ਦਾ ਸੈਂਸ ਕਿ ਜਿਸ ਦਾ ਆਦਮੀ ਵਪਾਰ ਹੀ ਲੱਗਿਆ ਹੁੰਦਾ ਹੈਗਾ, ਅਤੇ ਉਹਨੂੰ ਫਿਰ ਵਪਾਰੀ ਸਮਝ ਆਉਂਦਾ, ਹੋਰ ਚੀਜ਼ਾਂ ਸਮਝ ਨਹੀਂ ਆਉਂਦੀਆਂ। ਬਿਲਕੁਲ।
ਅੰਮ੍ਰਿਤ ਮੈਂ ਛਕਿਆ ਹੋਇਆ ਸੀਗਾ, ਅੱਜ ਮੈਨੂੰ ਸ਼ਾਇਦ 18 ਸਾਲ ਹੋ ਗਏ ਅੰਮ੍ਰਿਤ ਛਕੇ ਹੋਏ। ਗੁਰੂ ਘਰ ਨਾਲ ਮੇਰਾ ਪਰਿਵਾਰ ਬੜਾ ਜੁੜਿਆ ਹੋਇਆ ਹੈ, ਖਾਸ ਤੌਰ ਤੇ ਮੇਰੇ ਮਿਸਿਸ ਜਿਹੜੇ ਨੇ ਤੇ ਮੇਰੇ ਮਾਤਾ ਜੀ ਤੇ ਬਹੁਤ ਜੁੜੇ ਹੋਏ ਨੇ ਗੁਰੂ ਪਰਿਵਾਰ ਨਾਲ। ਸੋ ਗੁਰੂ ਪਰਿਵਾਰ ਨਾਲ ਲਗਾਓ ਤੇ ਸੀਗਾ, ਲੇਕਿਨ ਕਦੀ ਇਸ ਤਰ੍ਹਾਂ ਨਹੀਂ ਸੋਚਿਆ ਸੀਗਾ ਕਿ ਇੰਨੇ ਸਾਰੇ ਗੁਰਦੁਆਰਾ ਸਾਹਿਬ, ਇੰਨੀ ਸਾਰੀ ਯਾਤਰਾ ਸੜਕ ਮਾਰਗ ਦੁਆਰਾ ਕਦੀ ਕਰ ਪਾਵਾਂਗੇ ਜਾਂ ਇੰਨੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰ ਸਕਾਂਗੇ। ਕਿੰਨੇ ਦਿਨ ਘਰ ਨਹੀਂ ਆਣਾ, ਯਾਤਰਾਵਾਂ ਤੇ ਰਹਿਣਾ, ਤੇ ਪਿੱਛੋਂ ਕਿਰਤ ਦਾ ਕੀ ਬਣਿਆ, ਵਪਾਰ ਦਾ ਕੀ ਬਣਿਆ? ਵਪਾਰ ਦਾ ਕਿਤੇ ਫਰਕ ਪਿਆ? ਹਾਂਜੀ, ਨਹੀਂ, ਉਸ ਬਾਰੇ ਵਿੱਚ ਹੀ ਮੈਂ ਗੁਰੂ ਸਾਹਿਬ ਨੇ ਮੇਰੇ ਤੇ ਬੜੀ ਬਖਸ਼ਿਸ਼ ਕੀਤੀ ਹੈਗੀ। ਮੈਂ ਗਾਰਮੈਂਟ ਐਕਸਪੋਰਟਰ ਹੈਗਾ ਤੇ ਮੇਰੀ ਇੱਥੇ 4-5 ਫੈਕਟਰੀਆਂ ਹੈਗੀਆਂ ਦਿੱਲੀ ਦੇ ਵਿੱਚ, ਤੇ ਉਹ ਸਾਰਾ ਕਾਰੋਬਾਰ ਮੇਰਾ ਬੇਟਾ ਵੇਖਦਾ ਹੈਗਾ। ਸੋ ਉਸ ਦੇ ਵਿੱਚ ਲੋਕੀ ਕਹਿੰਦੇ ਨੇ ਕਿ ਵੀ ਪਰਿਵਾਰ ਦਾ ਜੇ ਸਹਿਯੋਗ ਹੋਵੇ ਤਾਂ ਉਹ ਬਹੁਤ ਵੱਡਾ ਸਹਿਯੋਗ ਹੁੰਦਾ ਹੈ। ਜਦ ਤੁਸੀਂ ਕੋਈ ਵੀ ਕੰਮ ਲਾਰਜਰ ਦੈਨ ਲਾਈਫ ਕਰਦੇ ਹੈਗੇ ਹੋ, ਉਹਦੇ ਵਾਸਤੇ ਤੁਹਾਡੇ ਪਰਿਵਾਰ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ, ਬਿਲਕੁਲ। ਤੇ ਮੇਰਾ ਬੇਟਾ ਤੇ ਬੇਟੀ ਦੋਨੋਂ ਵਪਾਰ ਦੇਖਦੇ ਨੇ ਸਾਡਾ, ਤੇ ਉਹ ਸਾਰਾ ਉਹਨਾਂ ਨੇ ਸੰਭਾਲਿਆ ਹੋਇਆ ਹੈਗਾ, ਤੇ ਇਸ ਕਰਕੇ ਮੈਂ ਫ੍ਰੀ ਹੈਗਾ ਤਾਂ ਕਿ ਮੈਂ ਹੁਣ ਜੋ ਗੁਰੂ ਸਾਹਿਬ ਦੇ ਜੋ ਵੀ ਕਰਨਾ ਚਾਹੁੰਦਾ, ਜਿੰਨੇ ਵੀ ਸਥਾਨਾਂ ਦੇ ਦਰਸ਼ਨ ਉਹ ਮੈਂ ਕਰ ਸਕਾਂ। ਅਕਸਰ ਜਦੋਂ ਤੁਹਾਡੇ ਸਰੂਪ ਵੱਲ ਵੇਖਦੇ ਆ, ਤੁਹਾਡੀ ਉਮਰ ਵੱਲ ਵੇਖਦੇ ਆ, ਇਹ ਸਾਡੇ ਜੀਵਨ ਦਾ ਜਾਂ ਕਹਿ ਸਕਦੇ ਕਿ ਸਾਡੇ ਸੰਸਾਰ ਦਾ ਨਿਯਮ ਹੈ। ਜਿਸ ਉਮਰ ਦੇ ਵਿੱਚ ਪੜਾਅ ਤੇ ਤੁਸੀਂ ਪਹੁੰਚੇ ਹੋ, ਜਦੋਂ ਕੋਈ ਵਿਅਕਤੀ ਉਸ ਉਮਰ ਦੇ ਪੜਾਅ ਤੱਕ ਪਹੁੰਚ ਜਾਂਦਾ ਹੈ, ਭਾਵ ਅਖੀਰਲੇ ਪੜਾਅ ਦੀ ਅਸੀਂ ਗੱਲ ਕਰੀਏ, ਬਜ਼ੁਰਗੀ ਦੀ ਗੱਲ ਕਰੀਏ, ਸਰਕਾਰਾਂ ਵੀ ਸਾਥ ਛੱਡ ਦਿੰਦੀਆਂ ਨੇ, ਪਰਿਵਾਰ ਵਾਲੇ ਵੀ ਸਾਥ ਛੱਡ ਦਿੰਦੇ ਨੇ, ਕਹਿਣ ਤੋਂ ਰਿਟਾਇਰ ਹੋ ਕੇ ਬੰਦਾ ਘਰ ਬਹਿ ਜਾਂਦਾ ਹੈ। ਪਰੰਤੂ ਇੰਨਾ ਜਜ਼ਬਾ, ਇੰਨਾ ਪਿਆਰ ਕਿਵੇਂ ਆਇਆ? ਜਿਸ ਉਮਰ 'ਚ ਦੇ ਪੜਾਅ 'ਚ ਤੁਸੀਂ ਘਰ ਬੈਠਣਾ ਸੀ, ਉਸ ਉਮਰ ਦੇ ਪੜਾਅ 'ਚ ਤੁਸੀਂ ਅੱਜ ਗੁਰੂ ਘਰਾਂ ਦੀਆਂ ਯਾਤਰਾਵਾਂ। ਇਸ ਤਰ੍ਹਾਂ ਹੈ ਕਿ ਉਮਰ, ਮੇਰਾ ਮੰਨਣਾ ਹੈਗਾ ਪਰਸਨਲੀ, ਮੈਂ ਗਲਤ ਵੀ ਹੋ ਸਕਦਾ, ਕਿ ਉਮਰ ਸਿਰਫ ਇੱਕ ਨੰਬਰ ਹੈਗਾ। ਇਹ ਤੁਹਾਡੀ ਖਾਲੀ ਸੋਚ ਵਿੱਚ ਹੈ ਕਿ ਉਮਰ ਕਿੰਨੀ ਹੈ ਬੰਦੇ ਦੀ, ਜਾਂ ਕਿੰਨੀ ਘੱਟ ਹੈ ਜਾਂ ਕਿੰਨੀ ਵੱਧ ਹੈਗੀ। ਦਰਅਸਲ ਜ਼ਿੰਦਗੀ ਦੇ ਅੰਦਰ ਜਦ ਵੀ ਤੁਸੀਂ ਕੋਈ ਵੀ ਐਸਾ ਕੰਮ ਜਿਹੜਾ ਕਿ ਤੁਹਾਡੇ ਮਨ ਦਾ ਹੋਵੇ, ਚਾਹੇ ਤੁਸੀਂ ਨੌਕਰੀ ਕਰ ਰਹੇ ਹੈਗੇ ਹੋ, ਬਿਜ਼ਨਸ ਕਰ ਰਹੇ ਹੈਗੇ ਹੋ, ਜਾਂ ਕੋਈ ਸ਼ੌਂਕ ਪੂਰੇ ਕਰ ਰਹੇ ਹੈਗੇ ਹੋ, ਜਦ ਵੀ ਤੁਸੀਂ ਕੋਈ ਵੀ ਐਸਾ ਕੰਮ ਜਿਹੜਾ ਤੁਹਾਡੇ ਮਨ ਨੂੰ ਚੰਗਾ ਲੱਗਦਾ ਹੋਵੇ, ਜੇ ਤੁਸੀਂ ਉਹ ਕੰਮ ਕਰਦੇ ਹੈਗੇ ਹੋ, ਫਿਰ ਨਾ ਤੁਹਾਨੂੰ ਥਕਾਨ ਆੜੇ ਆਉਂਦੀ ਹੈ, ਨਾ ਤੁਹਾਨੂੰ ਉਮਰ ਆੜੇ ਆਉਂਦੀ ਹੈਗੀ, ਨਾ ਤੁਹਾਨੂੰ ਕੋਈ ਮੁਸੀਬਤਾਂ ਲੱਗਦੀਆਂ ਨੇ, ਕੋਈ ਮੁਸੀਬਤ ਆਈ, ਫਿਰ ਤੁਸੀਂ ਉਸ ਨੂੰ ਦਿਲ ਨਾਲ ਕਰਦੇ ਹੈਗੇ ਹੋ। ਤੇ ਜਿਹੜਾ ਵੀ ਕੰਮ ਦਿਲ ਨਾਲ ਕੀਤਾ ਗਿਆ ਹੋਵੇ, ਉਹਦੇ ਫਿਰ ਰਿਜ਼ਲਟਸ ਵੀ ਚੰਗੇ ਆਉਂਦੇ ਨੇ। ਕਿੰਨੇ ਕੁ ਲਗਭਗ ਤੁਸੀਂ ਸਥਾਨਾਂ ਤੇ ਜਾ ਚੁੱਕੇ ਹੋ ਜਿਹੜੇ ਗੁਰੂ ਧਾਮਾਂ ਦੇ ਦਰਸ਼ਨ ਸੰਗਤਾਂ ਨੂੰ ਕਰਾ ਚੁੱਕੇ ਹੋ? ਮੇਰੇ ਖਿਆਲ ਅਗਰ ਮੈਂ ਦੇਖਾਂ ਤੇ ਤਕਰੀਬਨ 650 ਸਥਾਨ ਗੁਰੂ ਘਰਾਂ ਐਸੇ ਨੇ, 650 ਤੋਂ ਲੈ ਕੇ 700 ਗੁਰੂ ਧਾਮ ਨੇ ਜਿਨ੍ਹਾਂ ਦੇ ਮੈਂ ਦਰਸ਼ਨ ਕਰ ਚੁੱਕਿਆ ਤੇ ਲੋਕਾਂ ਨੂੰ ਕਰਾ ਚੁੱਕਿਆ। ਕਦੀ ਕੋਈ ਇਹੋ ਜਿਹਾ ਖਿਆਲ ਆਇਆ ਵੀ ਇੰਨੇ ਗੁਰਧਾਮ ਸੰਗਤਾਂ ਨੂੰ ਦਰਸ਼ਨ ਕਰਾ ਦਿੱਤੇ ਨੇ, ਜਦੋਂ ਪਹਿਲੇ ਦਿਨ ਪਹਿਲਾਂ ਗੁਰੂ ਘਰ ਦੇ ਦਰਸ਼ਨ ਕਰਾਏ ਸੀ ਤੇ ਜਿਹੜੇ ਅੱਜ ਦੇ ਆ, ਉਹ ਕੀ ਲੱਗਦਾ ਹੈ ਵੀ ਇਹ ਉਹੀ ਅਮਰਜੀਤ ਸਿੰਘ ਚਾਵਲਾ ਜਿਹੜਾ ਪਹਿਲਾਂ ਗੁਰੂ ਘਰ ਮੱਥਾ ਟੇਕ ਕੇ ਕਿਹਾ ਸੀ ਬਸ ਯਾਤਰਾ ਹੋ ਗਈ? ਨਹੀਂ, ਬੜਾ ਫਰਕ ਪੈਂਦਾ ਹੈਗਾ। ਤੁਸੀਂ ਆਪਣੇ ਆਪ ਵਿੱਚ ਬਦਲਾਅ ਮਹਿਸੂਸ ਕਰਦੇ ਹੈਗੇ ਹੋ। ਮੈਂ ਕਾਫੀ ਬਦਲਾਅ ਮਹਿਸੂਸ ਕਰ ਰਿਹਾ, ਕਾਫੀ ਚੀਜ਼ਾਂ ਮੈਂ ਸਿੱਖੀਆਂ ਨੇ। ਥੋੜ੍ਹਾ ਮੇਰੇ ਵਿੱਚ ਹਲੇ ਵੀ ਬੁਰਾਈਆਂ ਹੈਗੀਆਂ, ਇਨਸਾਨ ਬੁਰਾਈਆਂ ਦਾ ਪੁਤਲਾ ਹੈਗਾ, ਜਿਹੜਾ ਮੈਂ ਕਨਫੈਸ ਵੀ ਕਰਨਾ ਪਬਲਿਕਲੀ, ਮੈਨੂੰ ਕੋਈ ਉਹਦੇ 'ਚ ਬੁਰਾ ਨਹੀਂ ਸਮਝਦਾ ਕਿ ਮੇਰੇ ਵਿੱਚ ਹਲੇ ਵੀ ਥੋੜ੍ਹਾ ਜਿਹੜਾ ਕ੍ਰੋਧ ਹੈ ਉਹ ਘੱਟ ਹੋਣਾ ਚਾਹੀਦਾ ਹੈ। ਕਦੀ ਕਦੀ ਮੈਨੂੰ ਕੁਝ ਗੱਲਾਂ ਦੇ ਉੱਤੇ ਕ੍ਰੋਧ ਆ ਜਾਂਦਾ ਹੈ, ਖਾਸ ਤੌਰ 'ਤੇ ਜਿਹੜੀਆਂ ਚੀਜ਼ਾਂ ਜਿਸ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਤੇ ਨਹੀਂ ਹੁੰਦੀਆਂ, ਤੇ ਉਹ ਨਹੀਂ ਹੁੰਦੀਆਂ ਤੇ ਫਿਰ ਮੈਨੂੰ ਕ੍ਰੋਧ ਜਿਹੜਾ ਛੇਤੀ ਚੜ੍ਹ ਜਾਂਦਾ ਹੈ। ਕਿਉਂਕਿ ਭਾਈ ਸਾਹਿਬ ਇਹ ਸਵਾਲ ਤੁਹਾਨੂੰ ਮੈਂ ਤਾਂ ਕੀਤਾ ਕਿਉਂਕਿ ਜਿਹੜਾ ਕਾਰਜ, ਜੀ, ਮੈਂ ਇਹ ਸ਼ਬਦ ਵਰਤਾਂਗਾ, ਲੰਬਾ ਕਾਰਜ, ਜੀ, ਹਾਲਾਂਕਿ ਸ਼ਬਦ ਲੰਬਾ ਵੀ ਬਹੁਤ ਛੋਟਾ ਹੈ, ਇੰਨਾ ਵੱਡਮੁੱਲਾ ਕਾਰਜ ਜਿਹੜਾ ਤੁਸੀਂ ਇਕੱਲੇ ਕਰ ਰਹੇ ਹੋ, ਇਹ ਕਾਰਜ ਕਿਸੇ ਜਥੇਬੰਦੀ ਦਾ, ਕਿਸੇ ਸੰਸਥਾ ਵੱਲੋਂ ਕਾਰਜ ਕਰਨਾ ਚਾਹੀਦਾ ਸੀ, ਪਰੰਤੂ ਇਹ ਸੇਵਾ ਸ਼ਾਇਦ ਗੁਰੂ ਸਾਹਿਬ ਨੇ ਤੁਹਾਡੇ ਤੋਂ ਲੈਣੀ ਸੀਗੀ। ਦੇਖੋ, ਅਗਰ ਆਈਡੀਅਲੀ ਅਸੀਂ ਦੇਖੀਏ ਤੇ ਜਿਹੜੇ ਸਾਡੇ ਧਰਮ ਦੇ ਜਿਹੜੇ ਆਗੂ ਨੇ, ਜਿਹੜੇ ਉਹਨਾਂ ਦਾ ਕਾਰ ਧਰਮ ਪ੍ਰਚਾਰ ਕਮੇਟੀਆਂ ਦਾ ਕਾਰ ਹੈਗਾ ਜ਼ਰੂਰ, ਕੋਈ ਦੋ ਰਾਏ ਨਹੀਂ ਹੈਗੀਆਂ। ਮੇਰਾ ਮੰਨਣਾ ਹੈਗਾ ਕਿ ਜੇ ਗੁਰੂ ਸਾਹਿਬ ਨੇ ਮੇਰੇ ਜ਼ਿੰਮੇ ਹੀ ਸੇਵਾ ਲਾਈ ਹੈ ਤੇ ਮੇਰੇ ਜ਼ਰੀਏ ਹੀ ਇਹ ਕੰਮ ਅਗਰ ਹੋਣਾ ਸੀਗਾ ਤੇ ਇਸ ਤਰ੍ਹਾਂ ਹੀ ਸਹੀ। ਤੇ ਮੈਂ ਆਪਣੇ ਆਪ ਨੂੰ ਬੜਾ ਬਹੁਤ ਬਲੈਸ ਸਮਝਣਾ ਹੈਗਾ ਕਿਉਂਕਿ ਅਸੀਂ ਵੇਖਦੇ ਤੁਸੀਂ ਇੱਕ ਦਿਨ ਨਹੀਂ, 2 ਦਿਨ ਨਹੀਂ, ਕਿੰਨੇ ਮਹੀਨੇ ਘਰ ਤੋਂ ਬਾਹਰ ਰਹਿੰਦੇ ਹੋ। ਹਾਂਜੀ, ਪਰਿਵਾਰ ਵੀ ਹੈ, ਸਮਾਜ ਵੀ ਹੈ, ਫਿਰ ਆਪਸੀ ਭਾਈਚਾਰਕ ਸਾਂਝ ਕਿਵੇਂ ਬਣਦੀ ਹੈ, ਜਾਂ ਫਿਰ ਸਮਰਪਿਤ ਆ ਗੁਰੂ ਘਰਾਂ ਨੂੰ? ਨਹੀਂ, ਦੇਖੋ, ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਮੈਂ ਇੱਕ ਵਾਰੀ ਯਾਤਰਾ ਤੇ ਨਿਕਲ ਗਿਆ ਤੇ ਫਿਰ ਮੈਂ ਵਿੱਚ ਵਾਪਸ ਵੀ ਨਹੀਂ ਆਉਣਾ। ਹੁਣ ਮੇਰੇ ਬਜ਼ੁਰਗ ਮਾਤਾ ਪਿਤਾ ਨੇ, ਜਦ ਕਦੀ ਉਹਨਾਂ ਨੂੰ ਲੱਗਦਾ ਹੈ ਕਿ ਉਦਾਸ ਹੋ ਜਾਂਦੇ ਨੇ ਤੇ ਫਿਰ ਉਹ ਮੈਨੂੰ ਕਹਿ ਦਿੰਦੇ ਨੇ ਤੂੰ ਆ ਜਾ, ਫਿਰ ਮੈਂ ਫਲਾਈਟ ਫੜ ਕੇ ਜਿੱਥੇ ਵੀ ਹੋਣਾ ਆ ਜਾਂਦਾ ਹੈਗਾ, 1-2 ਦਿਨ ਵਾਸਤੇ, 4 ਦਿਨ ਵਾਸਤੇ, ਫਿਰ ਮੈਂ ਘਰ ਆ ਜਾਂਦਾ ਹੈਗਾ। ਈਵਨ ਜਿਸ ਵਕਤ ਮੈਂ ਦਿੱਲੀ ਤੋਂ ਲੰਡਨ ਵੀ ਗਿਆ ਸੀਗਾ, ਉਸ ਦੌਰਾਨ ਵੀ ਜਿੱਥੇ ਮੈਨੂੰ ਲੱਗਦਾ ਹੈ ਕਈ ਐਸੀ ਘਟਨਾਵਾਂ ਹੋਈਆਂ, ਮੇਰੇ ਮਿਸਿਸ ਥੋੜ੍ਹਾ ਸ਼ੂਗਰ ਦੀ ਪ੍ਰੋਬਲਮ ਹੈ, ਥੋੜ੍ਹੇ ਲੋ ਫੀਲ ਕਰ ਰਹੇ ਸੀ। ਇੱਕ ਦਿਨ ਮੇਰੀ ਬੇਟੀ ਨੇ ਮੈਨੂੰ ਕਿਹਾ ਕਿ ਵੀ ਮੰਮੀ ਜਿਹੜੀ ਠੀਕ ਨਹੀਂ ਹੈਗੀ, ਤੇ ਬਸ ਮੇਰਾ ਮਨ ਹੋਇਆ, ਮੈਂ ਗੱਡੀ ਪਾਰ ਕੀਤੀ, ਮੈਂ ਇੱਥੇ ਏਅਰਪੋਰਟ ਗਿਆ, ਮੁੰਡਿਆਂ ਨੂੰ ਮੈਂ ਫੋਨ ਕਿਹਾ ਕਿ ਵੀ ਤੁਸੀਂ ਇੱਥੇ ਹੋਟਲ ਚੈੱਕ ਇਨ ਕਰ ਲਓ। ਇਟਲੀ ਸੀਗਾ ਮੈਂ, ਤੇ ਮੈਂ ਆਪਣੇ ਦੋਸਤ ਨੂੰ ਕਿਹਾ ਵੀ ਤੂੰ ਇਹਨਾਂ ਨੂੰ ਆਪਣੇ ਘਰ ਲੈ ਜਾਈਂ। ਮੈਂ ਫਲਾਈਟ ਫੜ ਕੇ ਦਿੱਲੀ ਆ ਗਿਆ।
ਸੋ ਐਸੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਕਿ ਤੁਸੀਂ ਵਿੱਚ ਆ ਨਹੀਂ ਸਕਦੇ। ਇਹ ਤਾਂ ਮਨ ਦੀ ਗੱਲ ਹੈਗੀ ਕਿ ਜਿੱਥੇ ਮਨ ਆਇਆ ਫੱਕਣਾ ਦੀ ਤਰ੍ਹਾਂ ਜਿੱਥੇ ਨਿਕਲ ਗਏ, ਜਿੱਥੇ ਰੁਕ ਗਏ, ਜਿੱਥੇ ਆ ਗਏ। ਕੋਈ ਇਹੋ ਜਿਹੀ ਘਟਨਾ ਹਾਂਜੀ ਜਿਹੜੀ ਤੁਹਾਨੂੰ ਅੱਜ ਤੱਕ ਯਾਦ ਹੈ, ਜਦੋਂ ਸਫ਼ਰ ਦੇ ਦੌਰਾਨ ਗੁਰੂ ਘਰ ਦੇ ਦਰਸ਼ਨ ਸੰਗਤਾਂ ਨੂੰ ਕਰਾ ਰਹੇ ਸੀਗੇ, ਵੀ ਇਹ ਘਟਨਾ ਕਿਸੇ ਹੋਰ ਨਾਲ ਨਾ ਵਾਪਰੇ, ਕਿ ਜਿਹੜੀ ਇੱਕ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ? ਬੜੇ ਸਾਰੇ ਐਸੇ ਸਥਾਨ ਨੇ, ਮੈਨੂੰ ਨਹੀਂ ਪਤਾ ਕਿ ਸ਼ਾਇਦ ਆਮ ਲੋਕ ਉਹਨੂੰ ਸ਼ਾਇਦ ਐਕਸਪੀਰੀਅੰਸ ਕਰ ਸਕਣਗੇ ਕਿ ਨਹੀਂ ਕਰ ਸਕਣਗੇ। ਮੈਂ ਕਈ ਐਸੇ ਸਥਾਨਾਂ 'ਤੇ ਗਿਆ ਹੈਗਾ, ਮੈਂ ਨਾਂ ਨਹੀਂ ਲੈਣਾ ਚਾਹਾਂਗਾ, ਜਿੱਥੇ ਜਾ ਕੇ ਮੈਨੂੰ ਇੱਕ ਬੜੀ ਸਟਰੋਂਗ ਐਨਰਜੀ ਫੀਲ ਹੋਈ ਹੈਗੀ। ਮਤਲਬ ਜਿਸ ਤਰ੍ਹਾਂ ਤੁਸੀਂ ਕਿਸੇ ਬੰਦੇ ਨੂੰ ਮਿਲਦੇ ਹੋ ਜਾਂ ਕਿਸੇ ਸਥਾਨ 'ਤੇ ਜਾਂਦੇ ਹੋ, ਇੱਕ ਤੁਹਾਨੂੰ ਨਾ ਵਾਈਬਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਗੁੱਡ ਵਾਈਬਸ ਔਰ ਬੈਡ ਵਾਈਬਸ, ਇੱਕ ਅੱਛਾ ਅਹਿਸਾਸ ਜਾਂ ਬੁਰਾ ਅਹਿਸਾਸ। ਅਤੇ ਕਈ ਗੁਰਦੁਆਰਾ ਸਾਹਿਬ ਜਿਹੜੇ ਮੈਂ ਦਰਸ਼ਨ ਕੀਤੇ ਨੇ, ਉਹਨਾਂ ਦੇ ਅੰਦਰ ਇੰਨੀ ਸਟਰੋਂਗ ਵਾਈਬ ਸੀਗੀਆਂ, ਇੰਨੀ ਕਸ਼ਿਸ਼ ਸੀਗੀ, ਇੰਨਾ ਜ਼ਿਆਦਾ ਜੁੜਾਵ ਸੀਗਾ ਕਿ ਉਹਦੇ ਬਾਰੇ 'ਚ ਮੈਂ ਉਹਨਾਂ ਨੂੰ ਸ਼ਬਦਾਂ 'ਚ ਨਹੀਂ ਬਿਆਨ ਕਰ ਸਕਦਾ। ਕਿ ਤੁਸੀਂ ਬਿਲਕੁਲ ਖਿੱਚ ਕੇ ਉਸ ਜਗ੍ਹਾ ਨਾਲ, ਜਿਸ ਤਰ੍ਹਾਂ ਕੋਈ ਚੁੰਬਕ ਤੁਹਾਨੂੰ ਜੋੜ ਲੈਂਦਾ, ਇਸ ਤਰ੍ਹਾਂ ਦੇ ਕਾਫੀ ਸਾਰੇ ਸਥਾਨ ਸੀਗੇ ਜਿਹੜੇ ਮੈਂ ਐਕਸਪੀਰੀਅੰਸ ਕੀਤੇ ਨੇ। ਅਤੇ ਮੈਨੂੰ ਲੱਗਦਾ ਕਿ ਸ਼ਾਇਦ ਮੇਰੀ ਬਹੁਤ ਚੰਗੀ ਕਿਸਮਤ ਹੈਗੀ ਕਿ ਮੈਂ ਇੰਨੇ ਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਇੱਕ ਉਹ ਅਹਿਸਾਸ ਜ਼ਿੰਦਗੀ ਦੇ ਵਿੱਚ ਆਪਣੇ ਮਨ ਦੇ ਵਿੱਚ ਲੈ ਕੇ ਜਾਵਾਂਗਾ ਜਦ ਅੱਖਾਂ ਬੰਦ ਹੋਣਗੀਆਂ। ਬੜਾ ਮੁਸ਼ਕਿਲ ਸੀਗਾ ਉਸ ਸਮੇਂ ਨੂੰ ਸਾਂਭਣਾ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਅਕਸਰ ਅਸੀਂ ਗੁਰਧਾਮਾਂ ਦੇ ਦਰਸ਼ਨ ਕਰਦੇ ਹਾਂ, ਦਰਸ਼ਨ ਕਰਕੇ ਇੱਕ ਦਿਨ 2 ਦਿਨ ਰੁਕਾਂਗੇ, ਪਰਤ ਕੇ ਆਪਣੇ ਘਰ ਵਾਪਸ ਆਵਾਂਗੇ, ਪਰਤ ਕੇ ਆਪਣੇ ਵਪਾਰ ਵਿੱਚ ਵਾਪਸ ਆਵਾਂਗੇ। ਪਰੰਤੂ ਮੁਬਾਰਕਬਾਦ ਸਾਡੇ ਅਤੀ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਚਾਵਲਾ ਜੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਉਹ ਸਮਾਂ ਜਿਹੜਾ ਪਰਿਵਾਰ 'ਚ ਰਹਿਣਾ ਸੀ, ਬੱਚਿਆਂ ਨੂੰ ਅਸੀਸਾਂ ਨਾਲ ਨਵਾਜਣਾ ਸੀ, ਉਹ ਸਮਾਂ ਗੁਰੂ ਘਰ ਨੂੰ ਸਮਰਪਿਤ ਕੀਤਾ, ਸਿੱਖ ਪੰਥ ਨੂੰ ਸਮਰਪਿਤ ਕੀਤਾ, ਸਮੁੱਚੇ ਸਮਾਜ ਨੂੰ ਸਮਰਪਿਤ ਕੀਤਾ। ਕਿਉਂਕਿ ਅਕਸਰ ਅਸੀਂ ਵੇਖਦੇ ਹਾਂ ਜਦੋਂ ਟਰਬਨ ਟਰੈਵਲ ਪ੍ਰੋਗਰਾਮ ਆਉਂਦਾ ਹੈ, ਅਸੀਂ ਉਹਨਾਂ ਗੁਰਧਾਮਾਂ ਦੇ ਦਰਸ਼ਨ ਕਰਦੇ ਹਾਂ, ਉਹਨਾਂ ਗੁਰਧਾਮਾਂ ਦੇ ਦੀਦਾਰ ਕਰਦੇ ਹਾਂ ਜਿਨ੍ਹਾਂ ਦਾ ਅਸੀਂ ਕਦੀ ਨਾਮ ਵੀ ਨਹੀਂ ਸੁਣਿਆ ਹੁੰਦਾ। ਅਤੇ ਸਾਨੂੰ ਇੱਕ ਨਹੀਂ ਅਨੇਕਾਂ ਸੰਗਤਾਂ ਦੇ ਫੋਨ ਮੇਲਸ ਆਉਂਦੇ ਨੇ ਵੀ ਤੁਹਾਡੇ ਚੈਨਲ 'ਤੇ ਜਿਹੜਾ ਪ੍ਰੋਗਰਾਮ ਚੱਲ ਰਿਹਾ PTC ਸਿਮਰਨ ਅਤੇ ਟਰਬਨ ਟਰੈਵਲ, ਇਹ ਗੁਰਧਾਮ ਸੱਚਮੁੱਚ ਅਸੀਂ ਪਹਿਲੇ ਕਦੇ ਨਹੀਂ ਦੇਖਿਆ। ਸਾਡੀ 60 ਸਾਲ ਦੀ 70 ਸਾਲ ਦੀ ਉਮਰ ਹੋ ਚੁੱਕੀ, ਅਤੇ ਸਾਡੇ ਵੱਲੋਂ ਭਾਈ ਸਾਹਿਬ ਨੂੰ ਮੁਬਾਰਕਬਾਦ ਕਹਿਣਾ। ਭਾਈ ਸਾਹਿਬ, ਇੱਕ ਹੋਰ ਜ਼ਹਿਨ 'ਚ ਇੱਕ ਖਿਆਲ ਆਇਆ, ਜਦੋਂ ਤੁਸੀਂ ਗੁਰਧਾਮਾਂ ਦੇ ਦਰਸ਼ਨ ਕਰਾਉਂਦੇ ਹੋ ਸੰਗਤਾਂ ਨੂੰ ਗੁਰਧਾਮ ਦੇਖੇ ਵੀ ਨਹੀਂ ਹੁੰਦੇ, ਜਿਨ੍ਹਾਂ ਥਾਵਾਂ 'ਤੇ ਕੋਈ ਜਾਣ ਦਾ ਸਾਧਨ ਵੀ ਨਹੀਂ, ਉਹਨਾਂ ਸਥਾਨਾਂ 'ਤੇ ਤੁਸੀਂ ਕਿਵੇਂ ਪਹੁੰਚਦੇ ਹੋ? ਦੇਖੋ, ਇਤਿਹਾਸ ਜਿਹੜਾ ਹੈਗਾ ਉਹ ਕਿਤਾਬਾਂ ਵਿੱਚ ਤਾਂ ਲਿਖਿਆ ਹੈਗਾ। ਜਿਸ ਤਰ੍ਹਾਂ ਭਾਈ ਕਾਹਨ ਸਿੰਘ ਜੀ ਨਾਭਾ, ਉਹਨਾਂ ਦਾ ਮਹਾਨ ਕੋਸ਼ ਹੈਗਾ। ਭਾਈ ਵੀਰ ਸਿੰਘ ਜੀ ਨੇ ਉਹਨਾਂ ਦੇ ਦੁਆਰਾ ਲਿਖੀਆਂ ਹੋਈਆਂ ਕਿਤਾਬਾਂ, ਜਿਹੜਾ ਪੰਜਾਬੀ ਯੂਨੀਵਰਸਿਟੀ ਹੈਗੀ ਪਟਿਆਲਾ ਦੀ, ਉਹਦੇ ਵਿੱਚ ਕਾਫੀ ਸਾਰਾ ਇਤਿਹਾਸ ਹੈਗਾ। ਸੋ ਸਾਡੀ ਟੀਮ ਜਿਹੜੀ ਹੈਗੀ ਉਹ ਪਹਿਲੇ ਅਸੀਂ ਜਰਨੀ ਸ਼ੁਰੂ ਕਰਨ ਤੋਂ ਪਹਿਲੇ ਉਹ ਸਾਰੀ ਬੈਠ ਕੇ, ਯਾਨੀ ਕਿ ਪਹਿਲੇ ਪੇਪਰ ਵਰਕ ਕੀਤਾ ਜਾਂਦਾ ਹੈ। ਜਿਹੜੇ ਬੰਦੇ ਪੰਜਾਬੀ ਪੜ੍ਹ ਸਕਦੇ ਨੇ ਉਹਨਾਂ ਵਾਸਤੇ ਪੰਜਾਬੀ ਦੀ ਕਿਤਾਬਾਂ ਅਸੀਂ ਲੈਂਦੇ ਹਾਂ, ਜਿਹੜੇ ਹਿੰਦੀ ਅਤੇ ਅੰਗਰੇਜ਼ੀ ਜਾਣਦੇ ਨੇ ਉਹਨਾਂ ਵਾਸਤੇ ਹਿੰਦੀ ਅਤੇ ਅੰਗਰੇਜ਼ੀ ਦੀ ਕਿਤਾਬਾਂ ਲੈ ਕੇ ਫਿਰ ਉਹ ਸਾਰਾ ਉਹਦੇ 'ਤੇ ਰਿਸਰਚ ਹੁੰਦਾ ਹੈਗਾ, ਅਤੇ ਇੱਕ ਰੂਟ ਪਲਾਨ ਹੁੰਦਾ ਹੈਗਾ। ਅਤੇ ਰੂਟ ਪਲਾਨ ਕਰਨ ਤੋਂ ਬਾਅਦ ਫਿਰ ਉਹ ਇਕੱਲੇ ਗੁਰਦੁਆਰੇ ਦਾ ਅਸੀਂ ਦੇਖਦੇ ਹਾਂ ਕਿ ਕਿਹੜੇ ਸਥਾਨਾਂ 'ਤੇ ਗੁਰਦੁਆਰਾ ਸਾਹਿਬ ਨੇ। ਕੁਝ ਐਸੇ ਗੁਰਦੁਆਰਾ ਸਾਹਿਬ ਵੀ ਹੁੰਦੇ ਨੇ ਜਿਹੜੇ ਕਿ ਉਸ ਪਰਟੀਕੂਲਰ ਜਗ੍ਹਾ ਦੇ ਉੱਤੇ ਜਾ ਕੇ ਪਤਾ ਲੱਗਦਾ ਹੈਗਾ। ਜਿਸ ਤਰ੍ਹਾਂ ਹੁਣ ਮੈਨੂੰ ਯਾਦ ਹੈਗਾ, ਅਸੀਂ ਤਵਾਂਗ ਗਏ ਸੀਗੇ, ਤਵਾਂਗ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਕਰ ਰਹੇ ਸੀਗੇ ਜੀ। ਤਵਾਂਗ ਅਰੁਣਾਚਲ ਪ੍ਰਦੇਸ਼ 'ਚ ਜਾਂਦਾ ਹੈਗਾ। ਹੁਣ ਗੁਰੂ ਸਾਹਿਬ ਦਾ ਜ਼ਿਕਰ ਹੈਗਾ ਕਿ ਅਰੁਣਾਚਲ ਪ੍ਰਦੇਸ਼ ਵਿੱਚ ਉਹ ਗਏ ਸੀਗੇ। ਹੁਣ ਮੈਂ ਪਰ ਇਹ ਨਹੀਂ ਪਤਾ ਗੁਰਦੁਆਰਾ ਕਿੱਥੇ ਹੈਗਾ, ਅਤੇ ਬੜਾ ਔਖਾ ਕੰਮ ਸੀਗਾ। ਫਿਰ ਮੈਨੂੰ ਤਵਾਂਗ ਦੀ ਮੈਂ ਜਨਰਲ ਵੀਡੀਓਜ਼ ਜਿਹੜੀਆਂ ਸੀਗੀਆਂ ਉਹ ਵੇਖਣੀਆਂ ਸ਼ੁਰੂ ਕੀਤੀਆਂ, ਅਤੇ ਇੱਕ ਬੰਦੇ ਦਾ ਉੱਥੇ ਇੱਕ ਵੀਡੀਓ ਸੀਗਾ ਜਿਹਨੇ ਉਹਨੂੰ ਦੱਸਿਆ ਕਿ ਵੀ ਮੈਂ ਤਵਾਂਗ ਗਿਆ ਸੀਗਾ ਅਤੇ ਮੈਂ ਉੱਥੇ ਇੱਕ ਗੁਰਦੁਆਰਾ ਸਾਹਿਬ ਦੇਖਿਆ ਸੀ। ਫਿਰ ਅਸੀਂ ਆਪਣੇ ਰਿਸੋਰਸਿਸ ਜਿਹੜੇ ਸੀਗੇ ਪੁਲਿਸ ਡਿਪਾਰਟਮੈਂਟ ਵਿੱਚ ਖਾਸ ਤੌਰ 'ਤੇ ਉਹਨਾਂ ਨੂੰ ਕਹਿ ਕੇ ਅਤੇ ਪਤਾ ਕਰਵਾਇਆ, ਅਤੇ ਉਹਨਾਂ ਨੇ ਦੱਸਿਆ ਕਿ ਹਾਂ ਉੱਥੇ ਗੁਰਦੁਆਰਾ ਹੈਗਾ। ਫਿਰ ਗੁਰਦੁਆਰੇ ਦੀ ਹਿਸਟਰੀ ਸੀ ਕੱਢੀ, ਅਤੇ ਉਹ ਗੁਰਦੁਆਰਾ ਆਰਮੀ ਦੇ ਕੰਟਰੋਲ ਵਿੱਚ ਹੈਗਾ। ਅਤੇ ਅਸੀਂ ਜੇ ਤੁਸੀਂ ਨਕਸ਼ਾ ਅਗਰ ਦੇਖੋ ਤਾਂ ਅਸੀਂ ਸੀਗੇ ਉਸ ਵਕਤ ਭੂਟਾਨ ਵਿੱਚ, ਅਤੇ ਭੂਟਾਨ ਤੋਂ ਤਵਾਂਗ ਜਿਹੜਾ ਹੈਗਾ ਉਹਦਾ ਜਿਹੜਾ ਡਿਸਟੈਂਸ ਮੈਂ ਅਗਰ ਦੇਖਾਂ ਤਾਂ ਸ਼ਾਇਦ 100 ਕਿਲੋਮੀਟਰ ਵੀ ਦੂਰ ਨਹੀਂ ਸੀਗਾ। ਲੇਕਿਨ ਉੱਥੇ ਕੋਈ ਸੜਕ ਨਹੀਂ ਹੈ ਕਿ ਭੂਟਾਨ ਤੋਂ ਤੁਸੀਂ ਅਗਰ ਜਾਣਾ ਚਾਹੋ ਅਰੁਣਾਚਲ ਪ੍ਰਦੇਸ਼ ਕੋਈ ਸੜਕ ਨਹੀਂ ਹੈਗਾ। ਯਾਨੀ ਕਿ ਐਟਲਸ ਦੇ ਵਿੱਚ ਕੋਈ ਸ਼ੋ ਨਹੀਂ ਕਰ ਰਹੀ ਸੀ? ਨਹੀਂ, ਉਹ ਬਸ ਖਾਲੀ ਡਿਸਟੈਂਸ ਦੱਸ ਰਿਹਾ ਸੀ, ਕੋਈ ਸੜਕ ਨਹੀਂ, ਕੋਈ ਬਾਰਡਰ ਨਹੀਂ ਹੈਗਾ ਉੱਥੇ। ਤਾਂ ਸਾਰਾ ਘੁੰਮ ਕੇ ਵਾਪਸ ਅਸਾਮ ਤੋਂ ਹੋ ਕੇ ਫਿਰ ਸਾਨੂੰ ਉੱਥੇ ਤਵਾਂਗ ਜਾਣਾ ਪਿਆ, ਅਤੇ ਮੇਰੇ ਖਿਆਲ ਮੋਰ ਦੈਨ 1000 ਕਿਲੋਮੀਟਰ ਅਸੀਂ ਉਸ ਵਾਸਤੇ ਟਰੈਵਲ ਕੀਤਾ, ਉਸਨੂੰ ਖਾਲੀ ਗੁਰਦੁਆਰੇ ਨੂੰ ਕਵਰ ਕਰਨ ਵਾਸਤੇ। ਸੋ ਹੁਣ ਉਹ ਆਰਮੀ ਦੇ ਕੰਟਰੋਲ ਦੇ ਵਿੱਚ ਹੈਗਾ ਗੁਰਦੁਆਰਾ, ਅਤੇ ਇੱਕ ਬਹੁਤ ਉੱਚੀ ਜਗ੍ਹਾ ਦੇ ਉੱਤੇ ਕੰਦਰਾ 'ਚ ਬਣਿਆ ਹੋਇਆ ਹੈਗਾ। ਇਸ ਤਰ੍ਹਾਂ ਦੇ ਬਥੇਰੇ ਸਥਾਨ ਨੇ ਜਿਹੜੇ ਕਈ ਜਿਹੜੇ ਨੇ ਕਿ ਲੋਕਾਂ ਦੇ ਨੌਲੇਜ ਵਿੱਚ ਨਹੀਂ ਹੈਗੇ।
ਖਾਸ ਤੌਰ ਤੇ ਨਾਰਥ ਈਸਟ ਵਿੱਚ ਹੀ ਕਾਫੀ ਸਾਰੇ ਸਥਾਨ ਨੇ। ਹਜੇ ਤੱਕ ਉਹਨਾਂ ਗੁਰਦੁਆਰੇ ਨਾਮ ਵੀ ਨਹੀਂ ਸੁਣੇ ਗਏ। ਹਾਂ, ਕਈ ਲੋਕਾਂ ਨੇ ਨਾਮ ਵੀ ਨਹੀਂ ਸੁਣੇ ਹੈਗੇ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਬਾਕੀ ਜਿਹੜਾ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਪਿੰਡਾਂ ਦੇ ਅੰਦਰ ਜਿੰਨਾ ਗੁਰੂ ਸਾਹਿਬਾਂ ਦਾ ਇਤਿਹਾਸ ਹੈ, ਕਿਉਂਕਿ ਸਾਰੇ ਗੁਰੂ ਸਾਹਿਬ ਜ਼ਿਆਦਾਤਰ ਅਸੀਂ ਪੰਜਾਬ ਦੇ ਏਰੀਆ 'ਚ ਸਾਡੇ ਰਹੇ, ਤੇ ਇੱਥੇ ਵੀ ਬਹੁਤ ਇਤਿਹਾਸ ਹੈ। ਹੁਣ ਪਾਕਿਸਤਾਨ ਦੀ ਇਕੱਲੀ ਗੱਲ ਕਰ ਲਈਏ, ਪਾਕਿਸਤਾਨ ਦੇ ਅੰਦਰ ਮੈਂ ਕੱਲ ਸੁਣ ਰਿਹਾ ਸੀ ਕਿਸੇ ਚੈਨਲ ਦੇ ਉੱਤੇ ਕਿ 175 ਗੁਰਦੁਆਰਾ ਸਾਹਿਬ ਹੈਗੇ ਪਾਕਿਸਤਾਨ ਦੇ ਅੰਦਰ, ਜਿਹਦੇ 'ਚ 155 ਤੋਂ ਵੱਧ ਗੁਰਦੁਆਰੇ ਜਿਹੜੇ ਨੇ ਉਹ ਇਤਿਹਾਸਿਕ ਗੁਰਦੁਆਰੇ ਨੇ। ਇਤਿਹਾਸਿਕ ਗੁਰਦੁਆਰੇ, ਠੀਕ ਹੈ। ਤਾਂ ਇਸ ਤਰ੍ਹਾਂ ਦੇ, ਕਿਉਂਕਿ ਗੁਰੂ ਸਾਹਿਬ ਜਿੱਥੇ ਵੀ ਗਏ ਨੇ ਕੋਈ ਨਾ ਕੋਈ ਘਟਨਾ ਵਾਪਰੀ ਹੈਗੀ, ਤੇ ਉਸ ਘਟਨਾ ਦੇ ਬਾਅਦ ਉੱਥੇ ਗੁਰਦੁਆਰਾ ਸਾਹਿਬ ਬਾਅਦ ਬਣਾਏ ਗਏ, ਦੀ ਯਾਦ ਦੇ ਵਿੱਚ। ਹਾਂ, ਯਾਦ ਵਿੱਚ ਬਣਾਏ ਹੋਏ ਨੇ। ਸੋ ਇਸ ਕਰਕੇ ਬਹੁਤ ਸਾਰੇ ਸਥਾਨ ਨੇ ਜਿਹੜੇ ਮੈਨੂੰ ਆਪ ਵੀ ਨਹੀਂ ਪਤਾ ਸੀਗੇ, ਪਰ ਜਿਸ ਕੋਲ ਜਾ ਕੇ ਤੁਸੀਂ ਉੱਥੇ ਦਾ ਇਤਿਹਾਸ ਦੇਖਦੇ ਹੈਗੇ ਹੋ ਤੇ ਉੱਥੇ ਜਾ ਕੇ ਦਰਸ਼ਨ ਕਰਦੇ ਹੈਗੇ ਹੋ, ਤੇ ਫਿਰ ਤੁਹਾਨੂੰ ਲੱਗਦਾ ਹੈ ਕਿ ਯਾਰ ਮੇਰਾ ਗੁਰੂ ਇਸ ਸਥਾਨ 'ਤੇ ਵੀ ਆਇਆ ਹੋਣਾ ਹੈ, ਇਹ ਵੀ ਸਥਾਨ ਸੀਗਾ। ਭਾਈ ਸਾਹਿਬ, ਬ੍ਰੇਕ ਤੇ ਜਦੋਂ ਪਹਿਲਾਂ ਗੱਲ ਕੀਤੀ ਸੀ, ਜਿਵੇਂ ਤੁਸੀਂ ਯਾਤਰਾਵਾਂ ਦੀ ਆਰੰਭਤਾ ਕਰਦੇ ਹੋ, ਸਥਾਨਾਂ ਤੇ ਜਾਂਦੇ ਹੋ, ਅਕਸਰ ਕਿਹਾ ਜਾਂਦਾ ਹੈ ਇੱਕ ਵਿਅਕਤੀ ਇਹ ਕਾਰਜ ਨਹੀਂ ਕਰ ਸਕਦਾ, ਸੰਸਥਾ ਦਾ ਕਾਰਜ ਜਿਹੜਾ ਤੁਸੀਂ ਇਕੱਲੇ ਕਰ ਰਹੇ ਹੋ। ਕੌਣ ਹੈ ਪੂਰੀ ਟੀਮ ਦੇ ਵਿੱਚ ਤੁਹਾਡੇ ਨਾਲ? ਮੇਰੀ ਟੀਮ ਅਗਰ ਤੁਸੀਂ ਦੇਖੋਗੇ ਤਾਂ ਬੜੀ ਹੈਰਾਨ ਹੋਗੇ। ਮੇਰਾ ਸ਼ੁਰੂ ਤੋਂ ਮੰਨਣਾ ਹੈਗਾ ਕਿ ਕੰਮ ਜਿਹੜਾ ਹੈ ਨਾ ਬੜਾ ਮਾਈਕਰੋ ਲੈਵਲ ਤੇ ਕਰਨਾ ਚਾਹੀਦਾ ਹੈਗਾ। ਮੇਰੇ ਖਿਲਾਰਾ ਪਾ ਕੇ ਬਹੁਤ ਸਾਰੇ ਬੰਦਿਆਂ ਲਿਜਾਣ ਦੇ ਮੈਂ ਹੱਕ 'ਚ ਨਹੀਂ ਹੁੰਦਾ, ਤੇ ਮੈਂ ਆਪ ਐਂਕਰ ਹੈਗਾ, ਮੈਂ ਆਪ ਡਾਇਰੈਕਟ ਕਰਨਾ ਹੈਗਾ, ਤੇ ਟੀਮ ਦੇ ਅੰਦਰ ਖਾਲੀ 2 ਬੰਦੇ ਹੁੰਦੇ ਨੇ, ਇੱਕ ਮੇਨ ਕੈਮਰਾਮੈਨ ਤੇ ਇੱਕ ਦੂਜਾ ਅਸਿਸਟੈਂਟ ਕੈਮਰਾਮੈਨ। ਖਾਲੀ 2 ਬੰਦੇ ਹੁੰਦੇ ਨੇ ਜਿਹੜੇ ਕਿ ਮੇਰੇ ਨਾਲ ਹੁੰਦੇ ਨੇ ਜੀ। ਤੇ ਕਿਉਂਕਿ 2 ਗੱਡੀਆਂ ਲੈ ਕੇ ਜਾਂਦੇ ਹਾਂ ਅਸੀਂ, ਇੱਕ ਤੇ ਮੈਂ ਆਪਣੀ ਗੱਡੀ ਆਪ ਚਲਾਉਣਾ ਹੈਗਾ, ਤੇ ਮੇਰੇ ਮਿਸਿਸ ਮੇਰੇ ਨਾਲ ਹੁੰਦੇ ਨੇ, ਤੇ ਉਹਨਾਂ ਨੂੰ ਪਿਛਲੀ ਸੀਟ ਪੂਰੀ ਚਾਹੀਦੀ ਹੁੰਦੀ, ਉਹਨਾਂ ਦੇ ਪੈਰੀ ਥੋੜ੍ਹੀ ਜਿਹੀ ਪ੍ਰੋਬਲਮ ਹੈਗੀ ਸ਼ੂਗਰ ਕਰਕੇ, ਤੇ ਇਸ ਕਰਕੇ ਦੂਸਰੀ ਗੱਡੀ ਦੇ ਵਾਸਤੇ ਇੱਕ ਡਰਾਈਵਰ ਹੁੰਦਾ ਹੈਗਾ। ਸੋ ਟੀਮ ਦੀ ਗੱਲ ਕਰੀਏ, ਜਿਹੜੀ ਫਰੰਟ ਐਂਡ ਜਿਹੜੀ ਟੀਮ ਹੈ ਉਹਦੇ ਅੰਦਰ 3 ਹੀ ਬੰਦੇ ਹੁੰਦੇ ਨੇ, ਇੱਕ ਦੂਜੀ ਗੱਡੀ ਦਾ ਡਰਾਈਵਰ ਤੇ 2 ਕੈਮਰਾਮੈਨ। ਜਿਹੜੇ ਦੋਨੋਂ ਕੈਮਰਾਮੈਨ ਜਿਹੜੇ ਹੁੰਦੇ ਨੇ ਉਹ ਪੂਰੇ ਹੁੰਦੇ ਨੇ, ਪਰਪੱਕ ਹੁੰਦੇ ਨੇ ਕਿ ਉਹ ਡਰੋਨ ਵੀ ਚਲਾ ਲੈਣ, ਐਡਿਟ ਵੀ ਕਰ ਲੈਣ, ਉਹ ਕੈਮਰਾ ਵੀ ਹੈਂਡਲ ਕਰ ਲੈਣ, ਗਿੰਬਲ ਵੀ ਹੈਂਡਲ ਕਰ ਲੈਣ। ਸੋ ਮਲਟੀ ਟਾਸਕਿੰਗ ਬੰਦੇ ਹੁੰਦੇ ਨੇ ਜਿਹੜੇ ਮੈਂ ਚੂਜ਼ ਕਰਨਾ ਹੈਗਾ। ਅਤੇ ਟੀਮ ਜਿਹੜੀ ਹੈਗੀ ਇਹ ਟਾਈਮ ਟੂ ਟਾਈਮ ਬਦਲਦੀ ਰਹਿੰਦੀ ਹੈਗੀ। ਇਹ ਨਹੀਂ ਕਿ ਜਿਹੜਾ ਬੰਦਾ ਮੇਰੇ ਨਾਲ ਦਿੱਲੀ ਤੋਂ ਲੰਡਨ ਗਿਆ ਸੀਗਾ ਜਾਂ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀ ਜਰਨੀ ਸੀਗੀ, ਉਹੀ ਟੀਮ ਚੱਲਦੀ ਆ ਰਹੀ ਹੋਵੇ। ਹਰ ਯਾਤਰਾ ਦੇ ਅੰਦਰ ਫਿਰ ਕੁਛ ਨਾ ਕੁਛ ਨਵੇਂ ਚਿਹਰੇ ਹੁੰਦੇ ਨੇ। ਮੈਂ ਨਵੇਂ ਲੋਕਾਂ ਨੂੰ ਥੋੜ੍ਹਾ ਚਾਂਸ ਦੇਣੇ 'ਚ ਜ਼ਿਆਦਾ ਬਿਲੀਵ ਕਰਨਾ ਹੈਗਾ ਕਿ ਜਿਨ੍ਹਾਂ ਨੇ ਪਿਛਲਾ ਕੀਤਾ ਹੁਣ ਹੋਰ ਨਵੇਂ ਟੈਲੈਂਟ ਆਉਣ ਤੇ ਉਹ ਕਰ ਸਕਣ। ਇੱਕ ਸੰਸਥਾ ਦਾ ਕਾਰਜ ਤੁਸੀਂ ਇਕੱਲੇ ਕਰ ਰਹੇ ਹੋ। ਜੇਕਰ ਬਜਟ ਦੀ ਗੱਲ ਕੀਤੀ ਜਾਵੇ, ਕਿਉਂਕਿ ਕੋਈ ਨਾ ਕੋਈ ਕਾਰਜ ਕਰਨ ਵਾਸਤੇ ਪਿੱਛੇ ਇੱਕ ਵੱਡੀ ਅਮਾਊਂਟ ਚਾਹੀਦੀ ਹੈ ਜੀ, ਅਸੀਂ ਕੋਈ ਵੀ ਅਮਾਊਂਟ ਤੋਂ ਬਿਨਾਂ ਇੰਨਾ ਵੱਡਾ ਕਾਰਜ ਨਹੀਂ ਕਰ ਸਕਦੇ। ਇਹ ਸਾਰਾ ਬਜਟ ਸੰਗਤ ਦੇ ਸਿਰ ਤੇ ਜਾਂ ਫਿਰ ਆਪਣੀ ਜੇਬ ਦੇ ਵਿੱਚੋਂ ਹੀ ਪੈਸਾ ਭਾਈ ਅਮਰਜੀਤ ਸਿੰਘ ਮੈਨੂੰ ਲੋਕੀ ਪੁੱਛਦੇ ਨੇ ਵੀ ਤੁਹਾਨੂੰ ਕੋਈ ਸਪਾਂਸਰ ਕਰ ਰਿਹਾ, ਕੌਣ ਤੁਹਾਡਾ ਸਪਾਂਸਰ ਕੌਣ ਹੈਗਾ? ਤੇ ਮੈਂ ਕਹਿੰਦਾ ਕਿ ਜਿਹੜਾ ਬੰਦਾ ਮੇਰੇ ਸਪਾਂਸਰਾਂ ਨੂੰ ਸਪਾਂਸਰ ਕਰ ਰਿਹਾ ਹੈਗਾ ਉਹ ਮੇਰਾ ਸਪਾਂਸਰ ਹੈ, ਯਾਨੀ ਅਕਾਲ ਪੁਰਖ। ਕੀ ਬਾਤ ਹੈ, ਬਹੁਤ ਖੂਬ। ਸੋ ਮੈਨੂੰ ਕੈਸ਼ ਸਪਾਂਸਰ ਮੇਰੇ ਕੋਲ ਕੋਈ ਵੀ ਨਹੀਂ ਹੈਗੇ। ਹੁਣ ਜਿਹੜੇ ਮੈਂ ਕੱਪੜੇ ਪਾਏ ਹੋਏ ਨੇ, ਇਹ ਇੱਕ ਉੱਥੇ ਕੰਪਨੀ ਹੈਗੀ, ਮੁੰਡਾ ਹੈਗਾ ਦਿੱਲੀ ਦੇ ਅੰਦਰ, ਉਹਦੀ ਕੰਪਨੀ ਦਾ ਨਾਮ ਬਾਨੀ ਰਾਮਾ ਹੈਗਾ, ਤੇ ਉਹਨੇ ਬਣਾ ਕੇ ਦਿੱਤੇ ਨੇ ਪੂਰੀ ਵਾਰਡਰੋਬ ਦੀ ਪੂਰੀ ਵਾਰਡਰੋਬ। ਮੇਰੇ ਖਿਆਲ 20 ਡਰੈਸਿਸ ਮੇਰੀਆਂ ਹੋਣਗੀਆਂ, ਇਹ ਸਾਰੀਆਂ ਉਸਨੇ ਸਪਾਂਸਰ ਕੀਤੀਆਂ ਨੇ। ਸੋ ਕੱਪੜੇ ਉੱਥੋਂ ਆ ਗਏ। ਮੇਰੇ ਮਾਤਾ ਜਿਹੜੇ ਨੇ ਉਹ ਮੇਰਾ ਗੱਡੀ ਦਾ ਫਿਊਲ ਉਹ ਸਪਾਂਸਰ ਕਰਦੇ ਪਏ ਨੇ ਕਿ ਜਦ ਮੈਂ ਜਾਣਾ ਮੇਰੇ ਹੱਥ 'ਚ ਪੈਸੇ ਫੜਾ ਦਿੰਦੇ ਨੇ ਕਿ ਵੀ ਤੇਰੀ ਜਰਨੀ ਲਈ ਹੈ, ਤੂੰ ਪੈਟਰੋਲ ਡੀਜ਼ਲ ਗੱਡੀ ਦਾ ਪਾਉਣਾ ਤੇ ਤੂੰ ਪਵਾ ਦੇ। ਕਦੀ ਕੋਈ ਸੰਸਥਾ ਨੇ, ਕੋਈ ਜਥੇਬੰਦੀ ਨੇ, ਕੋਈ ਸਮਾਜ ਸੇਵੀ ਸੰਸਥਾ ਨੇ ਆਖਿਆ ਵੀ ਭਾਈ ਅਮਰਜੀਤ ਸਿੰਘ ਜੀ ਅੱਜ ਦੀ ਸੇਵਾ ਜਾਂ ਇੰਨੇ ਕਿਲੋਮੀਟਰ ਸੇਵਾ ਸਾਡੇ ਵੱਲੋਂ ਹੈ? ਅਨਫੋਰਚੂਨੇਟਲੀ ਨਹੀਂ। ਮੈਨੂੰ ਯਾਦ ਹੈ ਕਿ ਮੈਨੂੰ ਅੱਜ 3 ਸਾਲ ਹੋ ਗਏ ਗੁਰੂ ਧਾਮਾਂ ਦੇ ਦਰਸ਼ਨ ਕਰਦੇ ਹੋਏ ਤੇ ਲੋਕਾਂ ਨੂੰ ਕਰਾਉਂਦੇ ਹੋਏ। ਇਹਦੇ ਵਿੱਚ ਇੱਕੋ ਬੰਦੇ ਨੇ ਮੈਨੂੰ ਇੱਕ ਵਾਰ ਸ਼ਾਇਦ ਲੱਖ ਜਾਂ 1.5 ਲੱਖ ਰੁਪਏ ਦਿੱਤਾ ਸੀਗਾ। ਕੋਈ ਮੌਰੀਸ਼ੀਅਸ ਦਾ ਕੋਈ ਬੰਦਾ ਸੀਗਾ, ਉਹਨੇ ਗੱਡੀ ਦੇ ਫਿਊਲ ਲਈ ਪੈਸੇ ਭੇਜੇ ਸੀਗੇ। ਬਾਕੀ ਕਈ ਲੋਕਾਂ ਨੇ ਪ੍ਰੋਮਿਸਿਸ ਤੇ ਬੜੇ ਵੱਡੇ ਕੀਤੇ, ਲੇਕਿਨ ਕਿਸੇ ਨੇ ਕੋਈ ਦਿੱਤੀ ਨਹੀਂ। ਤੇ ਮੈਨੂੰ ਕੋਈ ਐਸੀ ਲੋੜ ਵੀ ਨਹੀਂ ਹੈਗੀ, ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਬੜਾ ਕੁਝ ਹੈਗਾ। ਤੁਸੀਂ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੋਂ ਸ਼ੁਰੂ ਹੋਏ ਸੀਗੇ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਵੀ ਤੁਸੀਂ ਸੰਗਤਾਂ ਨੂੰ ਦਰਸ਼ਨ ਕਰਾਏ ਨੇ 4 ਸਾਲਾਂ ਤੇ। ਆਉਣ ਵਾਲੀ ਸਮਝ ਕਿਹੜਾ ਪ੍ਰੋਜੈਕਟ ਸੰਗਤਾਂ ਦੇ ਰੂਬਰੂ ਲੈ ਕੇ ਆ ਰਹੇ ਹੋ, ਇਹਨਾਂ ਸਥਾਨਾਂ ਤੇ ਸੰਗਤਾਂ ਨੂੰ ਦਰਸ਼ਨ ਕਰਾਣੇ ਨੇ? ਮੇਰੀ ਇੱਛਾ ਹੈਗੀ ਹੁਣ ਗੁਰੂ ਸਾਹਿਬ ਮੈਨੂੰ ਲੱਗਦਾ ਹੈ ਕਿ ਮੈਨੂੰ ਸਿਹਤ ਬਖਸ਼ਣ, ਹੌਸਲਾ ਤੇ ਹਿੰਮਤ ਬਖਸ਼ਣ ਕਿ ਜਿੰਨੇ ਵੀ 10 ਗੁਰੂ ਨੇ ਸਾਡੇ 10 ਗੁਰੂਆਂ ਦੇ ਸਥਾਨਾਂ ਦੇ ਉੱਤੇ ਜਾ ਕੇ, ਜਾਂ ਕਿ ਇਸ ਤਰ੍ਹਾਂ ਕਹੀਏ ਕਿ 10 ਗੁਰੂਆਂ ਦੇ ਜੀਵਨ ਦੇ ਇਤਿਹਾਸ ਨੂੰ ਸਮਝ ਕੇ ਤੇ ਉਹਨਾਂ ਦੇ ਜਿੱਥੇ ਉਹਨਾਂ ਦਾ ਜਨਮ ਹੋਇਆ ਤੇ ਜਿੱਥੇ ਉਹਨਾਂ ਨੇ ਪਿਆਨਾ ਕੀਤਾ, ਉਹ ਸਾਰੇ ਸਥਾਨਾਂ ਦੇ ਉੱਤੇ ਨਾ ਕਿ ਸਿਰਫ ਗੁਰਦੁਆਰਾ ਸਾਹਿਬ ਦੇ ਦਰਸ਼ਨ ਬਲਕਿ ਉਹਨਾਂ ਦਾ ਸੰਪੂਰਨ ਇਤਿਹਾਸ ਉਹ ਵੀ ਦਰਸ਼ਕਾਂ ਨੂੰ ਦੱਸਣਾ ਦਾ ਮੇਰਾ ਉਹ ਹੈਗਾ, ਟੀਚਾ ਹੈਗਾ। ਕਿਉਂਕਿ ਬਹੁਤ ਸਾਰੇ ਐਸੇ ਸਥਾਨ 'ਤੇ ਗੁਰਦੁਆਰਾ ਸਾਹਿਬ ਨਹੀਂ ਹੈਗੇ, ਲੇਕਿਨ ਇਤਿਹਾਸ ਹੈਗਾ ਕਿ ਉਸ ਸਥਾਨ ਦੇ ਉੱਤੇ ਕੀ ਗੁਜ਼ਰਿਆ ਸੀਗਾ। ਸੋ ਸੰਗਤਾਂ ਲਈ ਉਹ ਇਤਿਹਾਸ ਜਾਣਨਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ। ਸੋ ਇਤਿਹਾਸ ਦੱਸਣ ਵਾਸਤੇ ਕਦੀ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਪਿੱਛੇ ਗੁਰਦੁਆਰਾ ਸਾਹਿਬ ਹੋਵੇ ਜਾਂ ਇਤਿਹਾਸ ਤੁਸੀਂ ਬੈਠ ਕੇ, ਜਿਸ ਤਰ੍ਹਾਂ ਮੈਂ ਤੇ ਤੁਸੀਂ ਗੱਲ ਕਰ ਰਹੇ ਹੈਗੇ,
ਜਾਂ ਕਿਸੇ ਐਸੇ ਸਥਾਨ ਦੇ ਉੱਤੇ ਬੈਠ ਕੇ ਅਸੀਂ ਇਤਿਹਾਸ ਦੱਸ ਸਕਦੇ ਹੈਗੇ ਹਾਂ। ਸੋ ਗੁਰੂ ਸਾਹਿਬ ਦਾ ਇਤਿਹਾਸ ਦੱਸਣਾ ਬੜਾ ਜ਼ਰੂਰੀ ਹੈ, ਅਤੇ ਨਾਲ 10 ਗੁਰੂਆਂ ਦੇ ਜਿੰਨੇ ਵੀ ਸਥਾਨ ਨੇ ਜਿੱਥੇ ਤੇ ਉਹਨਾਂ ਦੇ ਜੀਵਨ ਜਿੱਥੇ ਉਹ ਗਏ ਨੇ, ਉਹ ਕਰਨ ਦਾ ਮੇਰਾ ਮਨ ਹੈਗਾ, ਜਿਹਦੇ ਕਰਕੇ ਅਸੀਂ ਇੱਕ ਐਪ ਵੀ ਬਣਾਇਆ ਹੋਇਆ ਜਿੱਥੇ 10 ਗੁਰੂਆਂ ਦਾ ਉਹ ਹੈਗਾ। ਸੋ ਅਸੀਂ ਹੁਣ ਤੀਸਰੇ ਗੁਰੂ ਦੀ ਯਾਤਰਾ ਕਰ ਰਹੇ ਹੈਗੇ ਹਾਂ। ਤੁਸੀਂ ਇਤਿਹਾਸ ਦੀ ਗੱਲ ਕੀਤੀ ਹੈ, ਪੂਰੀ ਟੀਮ ਦੀ ਗੱਲ ਕੀਤੀ ਹੈ, ਪਹਿਲੇ ਤੁਸੀਂ ਹੋਮਵਰਕ ਦੀ ਗੱਲ ਕੀਤੀ ਹੈ ਕਿਵੇਂ ਅਸੀਂ ਮੈਪ ਤਿਆਰ ਕਰਦੇ ਹਾਂ। ਇੱਕ ਅਹਿਮ ਸਵਾਲ ਜਿਹੜਾ ਮੈਨੂੰ ਹੁਣ ਲੱਗਿਆ, ਜਦੋਂ ਧਰਮ ਦਾ ਕੰਮ ਕਰਨੇ ਆ ਸਾਨੂੰ ਕਿਸੇ ਨਾ ਕਿਸੇ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ, ਆਗਿਆ ਲੈਣੀ ਪੈਂਦੀ ਹੈ ਜੀ। ਨਿੱਜੀ ਕਾਰਜ ਹੋਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ, ਪਰੰਤੂ ਜਦੋਂ ਧਰਮ ਦਾ ਕਾਰਜ ਹੋਵੇ ਸਾਨੂੰ ਧਰਮ ਦੇ ਕਾਰਜ ਕਰਨ ਵੇਲੇ ਵੀ ਇਹ ਜ਼ਿਹਨ 'ਚ ਖਿਆਲ ਆਉਂਦਾ ਹੈ ਜਥੇਬੰਦੀ ਕੀ ਆਖੇਗੀ, ਪ੍ਰਬੰਧਕ ਕਮੇਟੀ ਕੀ ਆਖੇਗੀ। ਕਦੀ ਇਸ ਤਰ੍ਹਾਂ ਵੀ ਖਿਆਲ ਆਇਆ? ਦੇਖੋ, ਸਾਡੀ ਜਿਹੜੀ ਮੁੱਖ ਪ੍ਰਬੰਧਕ ਧਰਮ ਦੀ ਜਿਹੜੇ ਉੱਚ ਸਭ ਤੋਂ ਉੱਚ ਸਥਾਨ ਹੈਗਾ ਉਹ ਹੈਗਾ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਾਬ ਵਿੱਚ ਬਹੁਤ ਸਾਰੇ ਗੁਰਦੁਆਰੇ ਨੇ ਜਿਹੜੇ ਕਿ ਉਹਨਾਂ ਦੇ ਅੰਡਰ ਨੇ। ਸੋ ਇਸ ਕਰਕੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਵਾਨਗੀ ਜ਼ਰੂਰ ਲੈਂਦੇ ਹਾਂ ਰਿਟਨ ਦੇ ਅੰਦਰ ਕਿ ਤੁਸੀਂ ਇਹ ਫਲਾਣੇ ਗੁਰਦੁਆਰੇ ਜਿੱਥੇ ਵੀ ਜਾਓਗੇ, ਕੋਈ ਸਪੈਸੀਫਿਕ ਨਹੀਂ ਹੁੰਦਾ ਕਿ ਜਿੱਥੇ ਤੇ ਵੀ ਤੁਸੀਂ ਗੁਰੂ ਸਾਹਿਬ ਦੇ ਜਿਹੜੇ ਵੀ, ਜਿਸ ਤਰ੍ਹਾਂ ਹੁਣ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਯਾਤਰਾ ਕਰ ਰਹੇ ਹਾਂ ਅਤੇ ਸਾਡੇ ਕੋਲ ਜਿਹੜੀ ਪ੍ਰਵਾਨਗੀ ਹੈਗੀ ਉਹ ਇਹ ਲਿਖਿਆ ਹੈਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਿੱਥੇ ਸਥਾਨਾਂ 'ਤੇ ਅਸੀਂ ਜਾਵਾਂਗੇ ਉੱਥੇ ਸਾਡਾ ਰਹਿਣ ਠਹਿਰਨ ਦਾ ਪ੍ਰਬੰਧ ਕੀਤਾ ਜਾਏ, ਅਤੇ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਮਰਿਆਦਾ ਅਨੁਸਾਰ ਸ਼ੂਟਿੰਗ ਦੀ ਸਾਨੂੰ ਪਰਮਿਸ਼ਨ ਹੁੰਦੀ ਹੈਗੀ, ਅਤੇ ਉਹ ਅਸੀਂ ਲੈ ਕੇ ਜਾਂਦੇ ਹਾਂ। ਪਰ ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਦੇ ਜਿਹੜੇ ਮੈਨੇਜਰ ਹੁੰਦੇ ਨੇ ਜਾਂ ਪ੍ਰਬੰਧਕ ਹੁੰਦੇ ਨੇ ਉਹਨਾਂ ਨੂੰ ਸਭ ਨੂੰ ਪਤਾ ਹੀ ਹੁੰਦਾ ਹੈਗਾ ਕਿ ਉਹ ਆਲਰੇਡੀ ਪਿਛਲੇ ਪ੍ਰੋਗਰਾਮ ਉਹ ਵੇਖਦੇ ਆ ਰਹੇ ਨੇ। ਅਤੇ ਜਿੱਥੇ ਕਮੇਟੀਆਂ ਲੋਕਲ ਕਮੇਟੀਆਂ ਹੈਗੀਆਂ ਅਤੇ ਉੱਥੇ ਵੀ ਅਸੀਂ ਉਹਨਾਂ ਨੂੰ ਜਾ ਕੇ ਦੱਸਦੇ ਹਾਂ ਕਿ ਅਸੀਂ ਇਸ ਤਰ੍ਹਾਂ ਕਾਰਜ ਕਰ ਰਹੇ ਹੈਗੇ ਹਾਂ, ਅਤੇ ਕਦੀ ਕਿਤੇ ਕੋਈ ਪ੍ਰੋਬਲਮ ਆਈ ਨਹੀਂ, ਸਭ ਨੇ ਬੜਾ ਸਹਿਯੋਗ ਦਿੱਤਾ। ਪਰ ਪਰਮਿਸ਼ਨ ਦੀ ਜਦ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਤਾਂ ਲੋੜ ਜ਼ਰੂਰ ਹੁੰਦੀ ਹੈਗੀ, ਖਾਸ ਤੌਰ 'ਤੇ SGPC ਦੇ ਜਿਹੜੇ ਵੀ ਸਥਾਨ ਨੇ ਉਹਦੇ ਵਾਸਤੇ ਪਰਮਿਸ਼ਨ ਦੀ ਬਹੁਤ ਜ਼ਰੂਰਤ ਹੁੰਦੀ ਹੈਗੀ ਜਦ ਤੁਸੀਂ ਕਰਦੇ ਹੋ। ਇੱਕ ਹੋਰ ਸਵਾਲ ਜਾਂਦੇ ਜਦ ਪੁੱਛਾਂਗੇ, ਅਕਸਰ ਜਦੋਂ ਅਸੀਂ ਇਤਿਹਾਸ ਨੂੰ ਫਰੋਲਦੇ ਹਾਂ, ਤੁਸੀਂ ਵੀ ਆਖਿਆ ਕਿ ਅਸੀਂ ਇਤਿਹਾਸ ਦੇ ਵਿੱਚ ਹੀ ਸਾਰੀ ਲਿਸਟ ਬਣਾ ਕੇ ਪ੍ਰੋਪਰ ਗੁਰਧਾਮਾਂ ਤੱਕ ਜਾਂਦੇ ਹਾਂ। ਅੱਜ ਪੰਜਾਬ ਦੀ ਧਰਤੀ ਤੇ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ, ਬਹੁਤਾਤ ਗਿਣਤੀ 'ਚ ਗੁਰੂ ਘਰ ਸਥਾਪਿਤ ਹੋ ਚੁੱਕੇ ਨੇ ਜਿਨ੍ਹਾਂ ਦਾ ਪ੍ਰਬੰਧ ਸਿੰਘ ਸਭਾ ਸੁਸਾਇਟੀਆਂ ਵੀ ਕਰ ਰਹੀਆਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਰ ਰਹੀ ਹੈ। ਕੁਝ ਸਥਾਨ ਇਹੋ ਜਿਹੇ ਸਥਾਪਿਤ ਹੋ ਚੁੱਕੇ ਨੇ ਜਿਹੜੇ ਸਥਾਨ ਕਿਸੇ ਵੀ ਗੁਰੂ ਸਾਹਿਬ ਨਾਲ ਨਹੀਂ ਜੁੜੇ, ਪਰੰਤੂ ਉਹਨਾਂ ਦੇ ਉੱਪਰ ਵੀ ਇੱਕ ਬੜਾ ਵੱਡਾ ਬੋਰਡ ਪੰਜਾਬੀ 'ਚ, ਇੰਗਲਿਸ਼, ਹਿੰਦੀ 'ਚ ਲਿਖ ਕੇ ਲਾ ਦਿੱਤਾ ਗਿਆ ਹੈ ਇਤਿਹਾਸਕ ਸਥਾਨ। ਇਸ ਮੁਬਾਰਕ ਸਥਾਨ ਤੇ ਗੁਰੂ ਪਾਤਸ਼ਾਹ ਨੇ ਆਪਣੇ ਮੁਬਾਰਕ ਚਰਨ ਪਾਏ ਨੇ, ਕਿਉਂਕਿ ਨੌਜਵਾਨ ਸਵਾਲ ਕਰਦੇ ਨੇ ਕਿ ਇਸ ਥਾਂ ਤੇ ਗੁਰੂ ਸਾਹਿਬ ਨਹੀਂ ਆਏ, ਇਸ ਸਥਾਨ ਤੇ ਗੁਰੂ ਸਾਹਿਬ ਨਹੀਂ ਆਏ ਤੇ ਇਤਿਹਾਸਕ ਸਥਾਨ ਕਿਵੇਂ ਬਣ ਗਿਆ? ਫਿਰ ਉੱਥੇ ਤੁਸੀਂ ਕਿਵੇਂ ਉਸ ਸਥਾਨ ਨੂੰ ਕਵਰ ਕਰਦੇ ਹੋ ਤੇ ਸੰਗਤਾਂ ਨੂੰ ਰੂਬਰੂ ਕਰਦੇ ਹੋ ਵੀ ਇਹ ਸਥਾਨ ਗੁਰੂ ਸਾਹਿਬ ਦਾ? ਇਹ ਬੜਾ ਨਾ ਦਿਸ ਇਜ਼ ਵੈਰੀ ਅਨਫੋਰਚੂਨੇਟ ਕਿ ਅਸੀਂ ਇਸ ਤਰ੍ਹਾਂ ਗੁਰਦੁਆਰਿਆਂ ਦੇ ਉੱਤੇ ਜਿਹੜੇ ਕਿ ਇਤਿਹਾਸਿਕ ਨਹੀਂ ਹੁੰਦੇ ਤੇ ਅਸੀਂ ਲਿਖ ਦਿੰਦੇ ਹਾਂ ਕਿ ਵੀ ਇਹ ਇਤਿਹਾਸਿਕ ਸਥਾਨ ਹੈਗਾ। ਤੁਹਾਡੇ ਕੋਲ ਕਸਵੱਟੀ ਕਿਹੜੀ ਹੈ ਵੀ ਇਹ ਇਤਿਹਾਸਕ ਸਥਾਨ ਗੁਰੂ ਘਰ ਗੁਰੂ ਸਾਹਿਬ ਦਾ ਹੈ? ਕੋਈ ਕਸਵੱਟੀ ਪਰਖਦੇ ਹੋ? ਕੋਈ ਮਾਪਦੰਡ ਹੈ? ਕੋਈ ਐਸਾ ਮਾਪਦੰਡ ਹੁੰਦਾ ਨਹੀਂ। ਇਨਫੈਕਟ ਜਿਹੜੇ ਤੇ ਇਤਿਹਾਸਿਕ, ਇਹ ਖਾਸ ਤੌਰ 'ਤੇ ਉਹਨਾਂ ਗੁਰਦੁਆਰਿਆਂ ਵਾਸਤੇ ਅਸੀਂ ਗੱਲ ਕਰ ਰਹੇ ਹੈਗੇ ਜਿਹੜੇ ਕਿ ਹੁਣ ਨਵੇਂ ਉਜਾਗਰ ਹੋਏ ਨੇ। ਜਿਹੜੇ ਪੁਰਾਤਨ ਗੁਰਦੁਆਰੇ ਅੱਜ ਤੋਂ 100 ਸਾਲ ਪਹਿਲੇ, 150 ਸਾਲ ਪਹਿਲੇ, 200 ਸਾਲ ਪਹਿਲੇ ਦੇ ਗੁਰਦੁਆਰਾ ਸਾਹਿਬ ਨੇ, ਜਾਂ ਪਿਛਲੇ ਪੂਰੇ 100 ਸਾਲ ਦੇ ਅੰਦਰ ਜਿਹੜੇ ਹੈਗੇ, ਉਹਦਾ ਤਾਂ ਇਤਿਹਾਸ ਹੈਗਾ, ਕਿਉਂਕਿ ਕਿਤਾਬਾਂ ਦੇ ਅੰਦਰ, ਇਤਿਹਾਸ ਦੇ ਅੰਦਰ ਰੈਫਰੈਂਸਿਸ ਆਏ ਹੋਏ ਨੇ। ਜਿਹੜੇ ਹੁਣ ਗੁਰਦੁਆਰੇ ਜਿਹੜੇ ਨਵੇਂ ਉਜਾਗਰ ਹੋ ਰਹੇ ਨੇ, ਨਵੇਂ ਸਟੈਬਲਿਸ਼ ਹੋ ਰਹੇ ਨੇ, ਉਹਨਾਂ ਵਾਸਤੇ ਇਹ ਪ੍ਰੋਬਲਮ ਆਉਂਦੀ ਹੈਗੀ, ਤਾਂ ਉਹਨਾਂ ਵਾਸਤੇ ਬੜਾ ਮੁਸ਼ਕਿਲ ਹੁੰਦਾ ਹੈਗਾ। ਮੈਂ ਜਿਸ ਕੋਲ ਸਵੇਰੇ ਉੱਠਣਾ ਜਾਣਾ ਕਿਤੇ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਂ ਬੋਲਣ ਵਾਸਤੇ, ਇਤਿਹਾਸ ਬੋਲਣ ਵਾਸਤੇ, ਅਤੇ ਮੈਂ ਤਾਂ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰਨਾ ਕਿ ਸੱਚੇ ਪਾਤਸ਼ਾਹ ਮੇਰੇ ਮੁਖ ਤੋਂ ਜੋ ਨਿਕਲੇ ਉਹ ਤੁਸੀਂ ਆਪ ਕਢਵਾਓ ਜਿਹੜਾ ਸੱਚ ਹੋਵੇ। ਕਿਆ ਬਾਤ ਹੈ। ਕਿਉਂਕਿ ਬੜਾ ਮੁਸ਼ਕਿਲ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਪਰਖ ਕੇ ਅਤੇ ਉਦੋਂ ਇਹ ਦੱਸਣਾ। ਸਾਡੇ ਵੱਲੋਂ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈਗੀ ਕਿ ਜਿੱਥੋਂ ਤੋਂ ਜਿੱਥੋਂ, ਕਿਉਂਕਿ ਸਾਡੀ ਟੀਮ ਪੂਰਾ ਰਿਸਰਚ ਕਰਦੀ, ਸਾਡੀ ਬੈਕ ਐਂਡ ਟੀਮ ਦੇ ਵਿੱਚ ਵੀ 2 ਬੰਦੇ ਹੁੰਦੇ ਨੇ, ਮੈਂ ਤੁਹਾਨੂੰ ਉਹਦਾ ਦੱਸਣਾ ਭੁੱਲ ਗਿਆ ਸੀ, ਟੀਮ ਦੀ ਇਸ ਵਕਤ ਗੱਲ ਕੀਤੀ ਸੀਗੀ, ਅਤੇ ਨਾਲ ਐਡੀਟਰ ਵੀ ਜਿਹੜੇ ਨੇ ਸਾਡੇ ਉਹ ਫ੍ਰੀਲਾਂਸ ਐਡਿਟ ਕਰਦੇ ਨੇ, ਅਤੇ ਉਹ ਵੀ 2-3 ਬੰਦੇ ਵੱਖ-ਵੱਖ ਉਹ ਵੀ ਕੰਮ ਕਰਦੇ ਨੇ ਸਾਡੇ ਨਾਲ। ਅਤੇ ਜਿਸ ਵਕਤ ਅਸੀਂ ਰਿਸਰਚ ਕਰਨੇ ਹਾਂ ਉਸ ਵਕਤ ਅਸੀਂ ਆਪਣੇ ਵੱਲੋਂ ਕਾਫੀ ਕੋਸ਼ਿਸ਼ ਕਰਨੇ ਹੈਗੇ ਹਾਂ ਕਿ ਇਤਿਹਾਸ ਉਹਦਾ ਹੋਵੇ। ਫਿਰ ਜਿੱਥੇ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ ਉੱਥੇ ਇਤਿਹਾਸ ਦਾ ਬੋਰਡ ਵੀ ਲੱਗਿਆ ਹੁੰਦਾ ਹੈਗਾ, ਅਤੇ ਅਸੀਂ ਉਹਨੂੰ ਵੀ ਰੈਫਰ ਕਰਨੇ ਹੈਗੇ ਹਾਂ, ਅਤੇ ਫਿਰ ਆਪਣੀ ਬੁੱਧੀ ਨਾਲ ਵੀ ਸੋਚਣੇ ਹੈਗੇ ਹਾਂ ਕਿ ਕੀ ਇੱਥੇ ਹੋ ਸਕਦਾ ਹੈਗਾ। ਅਤੇ ਮੈਂ ਬੜਾ ਘੱਟ ਬੋਲਣਾ ਹੈਗਾ ਕਿ ਕਿਤੇ ਇਹ ਇਤਿਹਾਸਿਕ ਸਥਾਨ ਹੈ। ਮੇਰੇ ਵਾਸਤੇ ਤਾਂ ਸਾਰੇ ਉਹ ਸਥਾਨ ਪੂਜਣਯੋਗ ਨੇ ਜਿੱਥੇ ਮਹਾਰਾਜ ਦਾ ਸਰੂਪ ਪ੍ਰਕਾਸ਼ਮਾਨ ਹੈ, ਅਤੇ ਗੁਰੂ ਸਾਹਿਬ ਦੇ ਉੱਥੇ ਤੁਸੀਂ ਦਰਸ਼ਨ ਕਰਦੇ ਹੈਗੇ ਹੋ। ਅਤੇ ਮੇਰੇ ਸਾਰੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਜਿੱਥੇ ਤੇ ਇਸ ਤਰ੍ਹਾਂ ਦੇ ਨਵੇਂ ਜਿਹੜੇ ਗੁਰਦੁਆਰਾ ਉਜਾਗਰ ਹੋਏ ਨੇ, ਇੱਕ ਬੇਨਤੀ ਹੈ, ਮੈਂ ਕਹਿੰਦਾ ਵੀ ਆਇਆ ਲੋਕਾਂ ਨੂੰ, ਅਤੇ ਆਪ ਜੀ ਦੇ ਮਾਧਿਅਮ ਨਾਲ ਕਹਿਣਾ ਵੀ ਚਾਹੁੰਦਾ ਹੈਗਾ ਕਿ ਆਪਾਂ ਜਿਹੜਾ ਇਤਿਹਾਸਿਕ ਸਥਾਨ ਨਹੀਂ ਹੈਗਾ, ਜੇ ਉਹਦੇ 'ਤੇ ਇਤਿਹਾਸਿਕ ਲਿਖਾਂਗੇ ਅਤੇ ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ
ਉਹ ਆਪ ਜੀ ਤੋਂ ਸਵਾਲ ਕਰੇਗੀ ਤੇ ਆਪ ਜੀ ਕੋਲ ਜਵਾਬ ਨਹੀਂ ਹੋਏਗਾ। ਬਿਲਕੁਲ। ਮੇਰੇ ਉਮਰ ਵਿੱਚ ਜਾਂ ਮੇਰੇ ਦਾਦੇ ਪੜਦਾਦੇ ਜਿਹੜੇ ਸੀਗੇ ਉਹ ਕਿੰਤੂ ਪਰੰਤੂ ਨਹੀਂ ਕਰਦੇ ਸੀਗੇ। ਅਸੀਂ ਧਰਮ ਨਾਲ ਬੜੇ ਜੁੜੇ ਹੁੰਦੇ ਸੀਗੇ ਤੇ ਕਿੰਤੂ ਪਰੰਤੂ ਕਰਨ ਦਾ ਮਤਲਬ ਉਹ ਇਹ ਸਮਝਦੇ ਸੀਗੇ ਕਿ ਅਸੀਂ ਗੁਰੂ ਸਾਹਿਬ ਦੇ ਉੱਤੇ ਸਵਾਲ ਚੁੱਕ ਰਿਹਾ ਗਿਆ। ਲੇਕਿਨ ਆਉਣ ਵਾਲੀ ਜਿਹੜੀ ਹੁਣ ਜਨਰੇਸ਼ਨ ਸਾਡੀ ਜਿਹੜੀ ਹੈਗੀ, ਜਿਹੜੇ ਸਾਡੇ ਦੋਤਰੇ ਪੋਤਰੇ ਨੇ, ਉਹ ਸਵਾਲ ਕਰਨਗੇ ਤੇ ਉਹਨਾਂ ਦੇ ਕੋਲ ਲੌਜੀਕਲ ਸਵਾਲ ਨੇ ਤੇ ਜਿਹਦੇ ਸਾਡੇ ਕੋਲ ਜਵਾਬ ਹੋਣੇ ਚਾਹੀਦੇ ਨੇ। ਤੇ ਉਹਦੇ ਵਾਸਤੇ ਬਹੁਤ ਜ਼ਰੂਰੀ ਹੈਗਾ ਕਿ ਜਿਹੜਾ ਸਥਾਨ ਇਤਿਹਾਸਿਕ ਨਹੀਂ ਹੈਗਾ ਉਹਦੇ ਉੱਤੇ ਸਾਨੂੰ ਇਹ ਲਿਖ ਕੇ ਲਗਾਉਣਾ ਚਾਹੀਦਾ ਹੈ ਕਿ ਇਹ ਸਥਾਨ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਹੈਗਾ। ਹੁਣ ਤੁਸੀਂ ਪਿੰਨ ਪੁਆਇੰਟ ਨਹੀਂ ਕਰ ਸਕਦੇ, ਜਿਹੜੇ ਇਤਿਹਾਸਿਕ ਸਥਾਨ ਨੇ ਉਹਨਾਂ ਵਿੱਚ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਠੀਕ ਉਹੀ ਸਥਾਨ ਹੈ ਜਿੱਥੇ ਗੁਰੂ ਸਾਹਿਬ ਆ ਕੇ ਬਿਰਾਜੇ ਸੀਗੇ। ਕਈ ਜਗ੍ਹਾ ਇਸ ਤਰ੍ਹਾਂ ਹੈਗੀਆਂ ਜਿੱਥੇ ਉਹ ਪਿੰਨ ਪੁਆਇੰਟ ਕੀਤਾ ਹੋਇਆ ਹੈ, ਲੇਕਿਨ ਬੜਾ ਮੁਸ਼ਕਿਲ ਹੁੰਦਾ ਹੈਗਾ ਕਿਉਂਕਿ ਪਿਛਲੇ ਕਈ 100 ਸਾਲਾਂ ਦੇ ਅੰਦਰ ਬੜਾ ਕੁਝ ਬਦਲਿਆ ਆਏਗਾ। ਠੀਕ ਹੈ ਨਾ। ਅਕਸਰ ਇਹ ਵੀ ਕਿਹਾ ਜਾਂਦਾ ਭਾਈ ਸਾਹਿਬ ਕਿ ਅੱਜ ਸਾਡੇ ਗੁਰਦੁਆਰਿਆਂ ਦਾ ਨਵੀਨੀਕਰਨ ਹੋ ਰਿਹਾ ਜੀ। ਤੁਸੀਂ ਇੱਕ ਨਹੀਂ ਅਨੇਕਾਂ ਗੁਰੂ ਘਰਾਂ ਦੇ ਵਿੱਚ ਗਏ ਹੋ, ਦਰਸ਼ਨ ਕਰਾਏ ਨੇ ਸੰਗਤਾਂ ਨੂੰ। ਤੁਹਾਡੇ ਜ਼ਿਹਨ 'ਚ ਕਦੀ ਖਿਆਲ ਆਇਆ ਕਿ ਤੇ ਗੁਰਦੁਆਰਿਆਂ ਦਾ ਨਵੀਨੀਕਰਨ, ਸਾਡੀਆਂ ਪੁਰਾਤਨ ਇਤਿਹਾਸਕ ਇਮਾਰਤਾਂ ਹੀ ਗਾਇਬ ਹੋ ਚੁੱਕੀਆਂ ਨੇ, ਉਹ ਸਥਾਨ ਹੀ ਖਤਮ ਹੋ ਚੁੱਕੇ ਨੇ ਪੁਰਾਤਨ? ਕਿਉਂਕਿ ਸਾਡੇ ਬਜ਼ੁਰਗ ਕਹਿੰਦੇ ਸੀਗੇ ਇੱਥੇ ਉਹ ਸਮਾਂ ਨਹੀਂ ਰਿਹਾ, ਇੱਥੇ ਉਹ ਦ੍ਰਿਸ਼ ਨਹੀਂ ਰਿਹਾ, ਇੱਥੇ ਉਹ ਜਿਹੀ ਇਮਾਰਤ ਨਹੀਂ ਜਿਹੜੇ ਪੁਰਾਤਨ ਸਮੇਂ ਬਣੀ ਸੀਗੀ। ਕਿਤੇ ਨਵੀਨੀਕਰਨ 'ਚ ਸਭ ਕੁਝ ਲੋਪ ਤਾਂ ਨਹੀਂ ਹੋ ਰਿਹਾ? ਹੋ ਰਿਹਾ। ਉਹਦੇ ਵੀ ਬੜੇ ਸਾਰੇ ਕਾਰਨ ਨੇ ਕਿਉਂਕਿ ਜਿਹੜੀ ਵੀ ਸੇਵਾ ਹੋ ਰਹੀ ਹੈ ਜ਼ਿਆਦਾਤਰ ਗੁਰਦੁਆਰਾ ਸਾਹਿਬ ਜੀ ਦੀ, ਉਹ ਕਾਰ ਸੇਵਾ ਵਾਲੇ ਜਿਹੜੇ ਬਾਬਾ ਜੀ ਨੇ ਉਹਨਾਂ ਦੇ ਦੁਆਰਾ ਹੋ ਰਹੀ ਹੈ। ਅਲੱਗ-ਅਲੱਗ ਸੰਸਥਾਵਾਂ ਨੇ ਜਿਹੜੇ ਕਰ ਰਹੇ ਨੇ ਤੇ ਮੈਂ ਉਹਨਾਂ ਨੂੰ ਜਦ ਮਿਲਣਾ ਉਹਨਾਂ ਨੂੰ ਵੀ ਬੇਨਤੀ ਕਰਨਾ ਹੈਗਾ ਕਿ ਤੁਸੀਂ ਭਾਵੇਂ ਸੋਨੇ ਵਰਗੇ ਮਹਿਲ ਖੜੇ ਕਰ ਲਓ ਉਹਨਾਂ ਗੁਰਦੁਆਰਾ ਸਾਹਿਬ ਦੇ ਉੱਤੇ, ਮੇਰੇ ਗੁਰੂ ਦਾ ਘਰ ਹੈਗਾ, ਸੋਨੇ ਤੋਂ ਸੋਨਾ ਬਣਨਾ ਚਾਹੀਦਾ ਹੈਗਾ, ਪਰੰਤੂ ਜਿਹੜੀ ਪੁਰਾਣੀ ਵਿਰਾਸਤ ਹੈਗੀ ਉਸ ਨੂੰ ਨਹੀਂ ਛੇੜਨਾ ਚਾਹੀਦਾ। ਜਿਹਦਾ ਇੱਕ ਬਹੁਤ ਸੋਹਣਾ ਐਗਜ਼ਾਮਪਲ ਮੈਂ ਦੇਖਿਆ ਸੀਗਾ ਜਦੋਂ ਮੈਂ ਢਾਕਾ ਗਿਆ ਸੀਗਾ। ਢਾਕਾ 'ਚ ਗੁਰਦੁਆਰਾ ਹੈਗਾ ਮੇਨ ਢਾਕਾ ਦੇ ਅੰਦਰ, ਤੇ ਉਹਦੀ ਦੀਵਾਰਾਂ ਜਿਹੜੇ ਪੁਰਾਣੇ ਗੁਰਦੁਆਰੇ ਹੁੰਦੇ ਸੀਗੇ ਉਹਨਾਂ ਦੀ ਜਿਹੜੀ ਦੀਵਾਰਾਂ ਹੁੰਦੀਆਂ ਸੀਗੀਆਂ ਉਹ 1.5 ਫੁੱਟ ਚੌੜੀ, ਮਤਲਬ ਜਿਹੜੀ ਜਦ ਅੱਜ ਅਸੀਂ ਚੇਂਜ ਦੀ ਪਾਰਟੀਸ਼ਨ ਦੀ ਇੱਟ ਦੀ ਦੀਵਾਰ ਪਾਉਂਦੇ ਹਾਂ ਉਹ 1.5 ਫੁੱਟ ਬਾਈ 1.5 ਫੁੱਟ ਇੰਨੀਆਂ ਚੌੜੀਆਂ ਉਹਨਾਂ ਦੀ ਦੀਵਾਰਾਂ ਹੁੰਦੀਆਂ ਸੀਗੀਆਂ, ਪਾਰਟੀਸ਼ਨ ਵਾਲਸ। ਤੇ ਉਹ ਪੁਰਾਣਾ ਇਮਾਰਤ ਜਿਹੜੀ ਉਹਨਾਂ ਨੇ ਉਸ ਤਰ੍ਹਾਂ ਹੀ ਰੱਖੀ ਹੈਗੀ, ਬਾਕੀ ਨਵੀਨੀਕਰਨ ਕੀਤਾ ਹੋਇਆ ਹੈਗਾ। ਇਸ ਕਰਕੇ ਪੁਰਾਣੀ ਚੀਜ਼ਾਂ ਨੂੰ ਸਾਨੂੰ ਬਿਲਕੁਲ ਨਹੀਂ ਛੇੜਨਾ ਚਾਹੀਦਾ। ਤੁਸੀਂ ਉਹਦੇ ਆਲੇ ਦੁਆਲੇ ਬਣਾ ਸਕਦੇ ਹੋ, ਜੋ ਮਰਜ਼ੀ ਬਣਾਓ, ਪੁਰਾਣੀ ਚੀਜ਼ਾਂ ਨਾਲ ਤੁਸੀਂ ਉਹ ਜੋੜ ਕੇ ਰੱਖੋ। ਹੁਣ ਉਹਦੇ ਵਾਸਤੇ ਕਈ ਲੋਕਾਂ ਦਾ ਜਿਹੜਾ ਹੈਗਾ, ਜਿਹੜੇ ਬਾਬਾ ਜੀ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਜਿੱਦਾਂ ਹੁਣ ਕੋਈ ਪੁਰਾਣਾ ਦਰਖਤ ਹੈਗਾ, ਕਈ ਜਗ੍ਹਾ ਤਾਂ ਉਹ ਵੀ ਉਹਨਾਂ ਨੇ ਮਟੇਕ ਦਿੱਤਾ, ਪੁਰਾਣੇ ਦਰਖਤ ਕੱਟਤੇ ਜਾਂ ਕੋਈ ਪੁਰਾਣੀ ਇਸ ਤਰ੍ਹਾਂ ਦੀ ਚੀਜ਼ ਹਟਾ ਦਿੱਤੀ। ਤੇ ਉਹਨਾਂ ਦਾ ਜਵਾਬ ਹੈਗਾ, ਉਹ ਕਹਿੰਦੇ ਨੇ ਜੀ ਲੋਕੀ ਆ ਕੇ ਇੱਥੇ ਇਹਨੂੰ ਪੂਜਣਾ ਸ਼ੁਰੂ ਕਰ ਦਿੰਦੇ ਨੇ। ਤੇ ਮੇਰੀ ਇੱਥੇ ਸੰਗਤਾਂ ਨੂੰ ਵੀ ਬੇਨਤੀ ਹੈਗੀ ਕਿ ਪੁਰਾਤਨ ਸਥਾਨ ਜਿਸ ਤਰ੍ਹਾਂ ਕੋਈ ਪੁਰਾਣਾ ਕੋਈ ਦਰਖਤ ਹੈਗਾ ਜਾਂ ਐਸੀ ਕੋਈ ਇਮਾਰਤ ਹੈਗੀ, ਅਸੀਂ ਜਾ ਕੇ ਉੱਥੇ ਮੱਥਾ ਟੇਕ ਕੇ ਧੂਪ ਬੱਤੀ ਜਲਾ ਕੇ ਜਾਂ ਉੱਥੇ ਫੁੱਲ ਮਾਲਾ ਚੜਾਉਣਾ, ਇਹ ਕੰਮ ਨਾ ਕਰੀਏ ਕਿਉਂਕਿ ਇਹ ਗੁਰਮਤ ਮਰਿਆਦਾ ਦੇ ਖਿਲਾਫ ਹੈਗਾ। ਪੁਰਾਤਨ ਸਥਾਨਾਂ ਨੂੰ ਵੇਖ ਕੇ ਉਹਨੂੰ ਨਮਸਕਾਰ ਕਰਨਾ ਬਸ ਉਨਾ ਹੀ ਸਾਡਾ ਫਰਜ਼ ਹੈਗਾ, ਤਾਂ ਕਿ ਉਹਦੇ ਨਾਲ ਅਸੀਂ ਆਪਣੇ ਆਪ ਨੂੰ ਜੋੜੀਏ, ਯਾਦ ਜੋੜੀਏ ਕਿ ਬਈ ਇਹ ਪੁਰਾਤਨ ਸਥਾਨ ਜਿੱਥੇ ਮੇਰਾ ਗੁਰੂ ਬੈਠਾ ਹੋਣਾ, ਨਾ ਕਿ ਜਾ ਕੇ ਉਹਦੇ 'ਤੇ ਧਾਗੇ ਬੰਦੀਏ ਜਾਂ ਹਵਾਈ ਜਹਾਜ਼ ਚਲਾਈਏ ਜਾਂ ਇਸ ਤਰ੍ਹਾਂ ਦੀ ਕੋਈ ਜਿਹੜੀ ਕਰਮਕਾਂਡ ਕਰੀਏ। ਤੇ ਮੈਂ ਤਾਂ ਕਈ ਸਥਾਨਾਂ 'ਤੇ ਆਪਣੇ ਸ੍ਰੀ ਸਾਹਿਬ ਨਾਲ ਜਾ ਕੇ ਕੱਟ ਕੇ ਵੀ ਆਇਆ ਜਿਹੜੇ ਲੋਕਾਂ ਨੇ ਧਾਗੇ ਤੁੱਕੇ ਬੰਨੇ ਸੀਗੇ, ਕਿਉਂਕਿ ਇਹ ਗੁਰੂ ਸਾਹਿਬ ਦੇ ਖਿਲਾਫ ਹੈਗਾ ਤੇ ਉਹ ਸਾਨੂੰ ਨਹੀਂ ਕਰਨਾ ਚਾਹੀਦਾ। ਉਹਨਾਂ ਜੋ ਗੁਰੂ ਸਾਹਿਬ ਦੱਸ ਗਏ ਨੇ, ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੀ ਅਸੀਂ ਕਰਕੇ ਹੋਇਆ ਸੀਗਾ ਕਿ ਇਹ ਜਿਹੜੇ ਹੁਣ ਕਰਮ ਕਾਂਡ ਕਰਨੇ ਪਏ ਆ ਇਹਨਾਂ ਨੂੰ ਹਟਾਉਣ ਵਾਸਤੇ ਆਇਆ ਸੀਗਾ, ਅਸੀਂ ਫਿਰ ਉਹੀ ਕਰਕੇ ਫੜ ਕੇ ਬਹਿ ਗਿਆ। ਸੋ ਇਹ ਨਹੀਂ ਕਰਨਾ ਚਾਹੀਦਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਸੱਚਮੁੱਚ ਮੁਬਾਰਕਬਾਦ ਹੋ ਤੁਸੀਂ। ਪਰਮਾਤਮਾ ਅੱਗੇ ਅਰਦਾਸ, ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ, ਲੰਬੀ ਆਯੂ ਬਖਸ਼ੇ, ਲੰਬੇ ਸਮੇਂ ਤੱਕ ਸਾਨੂੰ ਤੁਸੀਂ ਉਹਨਾਂ ਸਥਾਨਾਂ ਦੇ ਦਰਸ਼ਨ ਕਰਾਉਂਦੇ ਰਹੋ ਜਿਨ੍ਹਾਂ ਸਥਾਨਾਂ ਦੇ ਅਸੀਂ ਦਰਸ਼ਨਾਂ ਦੇ ਕਦੀ ਨਾਮ ਵੀ ਇਤਿਹਾਸ ਵਿੱਚੋਂ ਨਹੀਂ ਸੁਣੇ। ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ, ਲੰਬੀ ਉਮਰ ਬਖਸ਼ੇ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪਰ ਇੱਕ ਮੈਂ ਬੇਨਤੀ ਕਰਾਂਗਾ ਜਾਂਦੇ ਹੋਏ, ਆਓ ਅਰਦਾਸ ਕਰੀਏ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਚਾਵਲਾ ਜੀ ਵਾਸਤੇ। ਮਾਲਕ ਇਹਨਾਂ ਨੂੰ ਤੰਦਰੁਸਤੀ ਬਖਸ਼ੇ। ਜਿਹੜੇ ਗੁਰਧਾਮ ਅਸੀਂ ਘਰ ਬੈਠ ਕੇ PTC ਸਿਮਰਨ ਦੇ ਉੱਪਰ ਵੇਖਦੇ ਹਾਂ, ਸੱਚਮੁੱਚ ਉਹ ਸਥਾਨ ਧੰਨਤਾ ਦੇ ਯੋਗ ਨੇ। ਅਸੀਂ ਇਹਨਾਂ ਸਥਾਨਾਂ ਦੇ ਦਰਸ਼ਨ ਘਰ ਬੈਠੇ ਹੀ ਕਰ ਰਹੇ ਹਾਂ। ਆਪ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ, ਜਾਂਦੇ ਹੋ ਸੰਗਤਾਂ ਵਾਸਤੇ ਕੋਈ ਇਹੋ ਜਿਹਾ ਸੁਨੇਹਾ? ਬਸ ਸੰਗਤਾਂ ਦਾ ਸੁਨੇਹਾ ਹੈ, ਸੰਗਤਾਂ ਵਾਸਤੇ ਸੁਨੇਹਾ ਇਹੀ ਹੈਗਾ ਕਿ ਮੇਰਾ ਮੰਨਣਾ ਹੈਗਾ ਕਿ ਸੰਗਤਾਂ ਦੀ ਅਰਦਾਸ ਵਿੱਚ ਬਹੁਤ ਜ਼ਿਆਦਾ ਜ਼ੋਰ ਹੁੰਦਾ ਹੈਗਾ। ਸੋ ਆਪ ਜੀ ਕੋਲੋਂ ਮੇਰੀ ਇੱਕ ਹੀ ਬੇਨਤੀ ਹੈਗੀ ਕਿ ਸਾਡੇ ਵਾਸਤੇ ਤੁਸੀਂ ਅਰਦਾਸ ਕਰੋ ਕਿ ਗੁਰੂ ਸਾਹਿਬ ਹੌਸਲਾ, ਹਿੰਮਤ, ਸਿਹਤ ਬਖਸ਼ਣ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਥਾਨ ਜਾ ਕੇ ਆਪ ਜੀ ਨੂੰ ਦਰਸ਼ਨ ਕਰਾ ਸਕੀਏ। ਜੀ, ਵਾਹਿਗੁਰੂ ਅੱਗੇ ਅਰਦਾਸ ਤੁਹਾਡੀ ਮਨੋਕਾਮਨਾ ਪੂਰੀ ਹੋਵੇ, ਅਸੀਂ ਵੀ ਉਹਨਾਂ ਸਥਾਨਾਂ ਦੇ ਦਰਸ਼ਨ ਕਰ ਸਕੀਏ ਘਰ ਬੈਠ ਕੇ ਹੀ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਹੁਣ ਸਾਨੂੰ ਦਿਓ ਆਗਿਆ। ਆਪ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।